ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਣਦੀਪ, ਤੁਸੀਂ ਦੇਖ ਰਹੇ ਕਾਮੀ ਤੁਹਾਡਾ ਆਪਣਾ ਪੰਜਾਬੀ ਗਨ ਚੈਨਲ। ਤੇ ਧੁੱਪ ਵੀ ਕਹਿੰਦੀ ਮੈਂ ਅੱਜ ਹੀ ਆਉਣਾ, ਕੋਈ ਗੱਲ ਨਹੀਂ, ਆਉਣ ਲੈਣ ਦਿਓ। ਸੋ ਅੱਜ ਆਪਾਂ ਗੱਲ ਕਰਨੀ ਆ ਕਿ ਅਮਰੀਕਾ ਦੇ ਵਿੱਚ ਤੁਸੀਂ ਕਿੱਦਾਂ ਹਥਿਆਰ ਖਰੀਦ ਸਕਦੇ ਆ। ਇਹ ਕਾਫੀ ਲੰਬਾ ਚੌੜਾ ਟਾਪਿਕ ਆ, ਕਾਫੀ ਸਿੰਪਲ ਵੀ ਆ। ਤੁਸੀਂ ਸੁਣਿਆ ਹੋਗਾ ਅਮਰੀਕਾ 'ਚ ਗਨ ਲੈਣੀ ਇੰਨੀ ਬਹੁਤ ਸੌਖੀ ਆ, ਸਹੀ ਆ। ਪਰ ਕਈ ਕਹੋਗੇ ਨਹੀਂ ਯਾਰ ਉੱਥੇ ਬਹੁਤ ਔਖਾ, ਉੱਥੇ ਗਨਜ਼ ਅਲਾਉ ਨਹੀਂ ਕਰਦੇ। ਉਹ ਵੀ ਸਹੀ ਆ। ਮੈਂ ਕਾਫੀ ਟਾਈਮ ਤੋਂ ਵੀਡੀਓ ਬਾਰੇ ਸੋਚਣ ਡਿਆ ਸੀਗਾ ਤੇ ਮੇਰਾ ਜੀ ਨਹੀਂ ਕਰਦਾ ਸੀ ਬਣਾਉਣ ਨੂੰ, ਕਿਉਂਕਿ ਮੈਨੂੰ ਪਤਾ ਕਿ ਯਾਰ ਇਹ ਲੋਕਾਂ ਨੇ ਨਾ ਵੀਡੀਓ ਬਹੁਤ ਲੰਬੀ ਹੋ ਜਾਣੀ ਆ, ਲੋਕਾਂ ਨੇ ਕਹਿਣਾ ਆ ਕਿ ਯਾਰ ਇਹ ਕੋਈ ਇਨਫੋਰਮੇਸ਼ਨ ਆ। ਕਿਉਂਕਿ ਪ੍ਰੋਬਲਮ ਸ਼ੁਰੂ ਇੱਥੋਂ ਹੁੰਦੀ ਆ। ਅਮਰੀਕਾ ਇੱਕ ਕੰਟਰੀ ਬਣ ਕੇ ਤੁਹਾਨੂੰ ਫੈਡਰਲੀ ਪੂਰੀ ਕੰਟਰੀ ਇਹ ਤੁਹਾਨੂੰ ਰਾਈਟ ਦਿੰਦੀ ਆ ਕਿ ਤੁਸੀਂ ਹਥਿਆਰ ਰੱਖ ਸਕਦੇ ਆ, ਰਾਈਫਲ, ਪਿਸਟਲ, ਸ਼ਾਟਗਨ ਜੋ ਵੀ ਆ ਤੁਹਾਡੇ ਕੋਲ ਤੁਸੀਂ ਰੱਖ ਸਕਦੇ ਆ ਆਪਣੀ ਹਿਫਾਜ਼ਤ ਦੇ ਲਈ। ਪਰ ਫਿਰ ਫੈਡਰਲ ਗਵਰਨਮੈਂਟ ਕਹਿੰਦੀ ਆ, ਵਾਈਟ ਹਾਊਸ ਕਹਿੰਦਾ ਕਿ ਯਾਰ ਜਿਹੜੀਆਂ ਸਟੇਟਸ ਆ ਸਾਡੀਆਂ 50 ਸਟੇਟਸ ਆ, ਨਿਊਯਾਰਕ, ਕੈਲੀਫੋਰਨੀਆ, ਟੈਕਸਸ, ਇੱਦਾਂ ਦੀਆਂ ਚੀਜ਼ਾਂ, ਕਿ ਯਾਰ ਜੋ ਤੁਸੀਂ ਕਰਨਾ ਤੁਸੀਂ ਆਪਣਾ ਕਰੋ, ਹੈ ਨਾ। ਸੋ ਹੁਣ ਇੱਥੇ ਸਟੇਟਸ ਆ ਜਿਹੜੀਆਂ ਟਿਪਿਕਲੀ ਡੈਮੋਕ੍ਰੈਟਿਕ ਕੰਟਰੋਲ ਸਟੇਟਸ ਹੁੰਦੀਆਂ, ਜਿੱਦਾਂ ਨਿਊਯਾਰਕ, ਕੈਲੀਫੋਰਨੀਆ ਹੋ ਗਿਆ, ਇਹ ਕਾਫੀ ਸਖਤ ਲਾਜ਼ ਬਣਾ ਦਿੰਦੀਆਂ। ਸੋ ਇਹ ਤੁਹਾਡੇ ਕੋਲ ਥੋੜ੍ਹੀਆਂ ਤੁਹਾਡੀਆਂ ਰਾਈਟਸ, ਤੁਹਾਡਾ ਹੱਕ ਖੋਹ ਲੈਂਦੀਆਂ ਤੁਹਾਡੇ ਤੋਂ। ਫਿਰ ਅੱਗੇ ਜਾ ਕੇ ਇੱਕ ਹੋਰ ਪ੍ਰੋਬਲਮ ਆਉਂਦੀ ਆ। ਇੱਥੇ ਇੱਕ ਹੋਰ ਲਾਅ ਆ ਕਿ ਜੇ ਤੁਹਾਡੀ ਸਿਟੀ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਪਾਪੂਲੇਸ਼ਨ ਆ, ਤੁਸੀਂ ਆਪਣੇ ਲਾਜ਼ ਬਣਾ ਸਕਦੇ ਆ। ਸੋ ਸਟੇਟ ਨੂੰ ਵੀ ਨਹੀਂ ਫਾਲੋ ਕਰਨਾ ਪੈਣਾ। ਜੋ ਸਟੇਟ ਕਹਿੰਦੀ ਆ ਨਹੀਂ ਤੁਸੀਂ ਰੱਖ ਸਕਦੇ ਆ, ਜਿੱਦਾਂ ਨਿਊਯਾਰਕ ਸਟੇਟ ਕਹਿੰਦੀ ਆ ਮੈਨੂੰ ਕਿ ਮੈਂ ਨਿਊਯਾਰਕ ਦੇ ਵਿੱਚੋਂ ਆ ਕਿ ਤੂੰ ਜੋ ਰੱਖਣਾ ਤੂੰ ਰੱਖ। ਪਰ ਹੁਣ ਨਿਊਯਾਰਕ ਸਿਟੀ ਹੈ ਨਾ, ਤੁਸੀਂ ਦੇਖਿਆ ਕਾਫੀ ਮਸ਼ਹੂਰ ਆ। ਨਿਊਯਾਰਕ ਸਿਟੀ ਕਹਿੰਦੀ ਨਹੀਂ, ਇੱਥੇ ਕੁਛ ਨਹੀਂ ਚੱਲਣਾ, ਅਸੀਂ ਨਾ ਕਿਸੇ ਨੂੰ ਦੇਣਾ ਕੁਛ ਤੇ ਨਾ ਅਸੀਂ ਵਿੱਚੋਂ ਕਿਸੇ ਨੂੰ ਲੰਘਣ ਦੇਣਾ। ਸੋ ਇੱਥੇ ਆ ਕੇ ਥੋੜੀ ਕਨਫਿਊਜ਼ਨ ਹੁੰਦੀ ਆ। ਮੈਂ ਤੁਹਾਨੂੰ ਕਾਫੀ ਲਾਜ਼ ਦੱਸੂੰਗਾ। ਇਹ ਲਾਜ਼ ਨਾ ਜਨਰਲੀ ਸਾਰੇ ਅਮਰੀਕਾ ਨੂੰ ਕਵਰ ਕਰੂਗੇ, ਪਰ ਤੁਸੀਂ ਦੇਖੋਗੇ ਤੁਹਾਡੀ ਸਟੇਟ, ਤੁਹਾਡੀ ਕਾਊਂਟੀ, ਤੁਹਾਡੀ ਸਿਟੀ, ਇਹਨਾਂ ਦੇ ਅਲੱਗ ਰੂਲਸ ਹੋਣੇ ਆ। ਸੋ ਆਪਾਂ ਕਰਦੇ ਇਹਦੀ ਸ਼ੁਰੂਆਤ। ਪਲੀਜ਼ ਮੇਰੇ ਤੇ ਗੁੱਸਾ ਨਾ ਕਰਿਓ, ਕਾਫੀ ਲੰਬਾ ਚੌੜਾ ਜਿਹਾ ਸਬਜੈਕਟ ਆ, ਪਰ ਮੈਨੂੰ ਲੱਗਦਾ ਤੁਸੀਂ ਇੰਜੋਏ ਕਰੋਗੇ। ਤੋਂ ਪਹਿਲਾਂ ਆਪਣੀ ਪ੍ਰੋਬਲਮ ਸ਼ੁਰੂ ਉਦੋਂ ਹੁੰਦੀ ਆ ਜਦੋਂ ਆਪਣਾ ਕੋਈ ਇੰਡੀਆ ਤੋਂ ਅਮਰੀਕਾ ਆਉਂਦਾ ਆ। ਯਾਰ ਇੰਡੀਆ ਦੇ ਵਿੱਚ ਉਹਨਾਂ ਨੂੰ ਡਰ ਸੀਗਾ ਹਥਿਆਰਾਂ ਦਾ, ਇਹਨਾਂ ਦਾ ਆਪਣੇ ਵਿੱਚ ਡਿਜ਼ਾਈਨ ਦੇ ਨਾਲ ਪਾਇਆ ਗਿਆ, ਆਪਾਂ ਨੂੰ ਹਥਿਆਰਾਂ ਤੋਂ ਦੂਰ ਕੀਤਾ ਗਿਆ। ਉਹ ਬਾਅਦ ਦੀ ਟੌਪਿਕ ਆ, ਬਾਅਦ ਚੋਂ ਗੱਲ ਕਰਾਂਗੇ, ਪਹਿਲਾਂ ਵੀ ਕੀਤੀ ਸੀ ਮਾੜੀ ਜੀ। ਪਰ ਯਾਰ ਜੇ ਇੰਡੀਆ 'ਚ ਤੁਸੀਂ ਡਰਦੇ ਸੀਗੇ, ਅਮਰੀਕਾ ਆ ਕੇ ਕੀ ਬਦਲ ਜਾਣਾ? ਤੁਹਾਨੂੰ ਇੱਥੇ ਸੋਹਣਾ ਜਿਹਾ ਕੋਈ ਕੰਮ ਮਿਲ ਗਿਆ ਹੈ ਨਾ, ਜਾਂ ਤੁਸੀਂ ਮਿਹਨਤ ਕਰਕੇ ਹੌਲੀ ਹੌਲੀ ਵਧੀਆ ਬਿਜ਼ਨਸ ਖੋਲ੍ਹ ਲਿਆ ਤੇ ਤੁਸੀਂ ਬਸ ਦਿਨ ਰਾਤ ਕੰਮ ਕਰਦੇ ਰਹੇ। ਤੁਸੀਂ ਕਦੀ ਸੋਚਿਆ ਨਹੀਂ, ਇੱਕ ਮੂਮੈਂਟ ਨਹੀਂ ਤੁਸੀਂ ਲਈ ਕਿ ਯਾਰ ਮੇਰੀ ਫੈਮਿਲੀ ਸੇਫ ਆ, ਮੇਰੀ ਵਾਈਫ, ਮੇਰੇ ਨਿਆਣੇ ਉਹ ਸੇਫ ਆ। ਯਾਰ ਇਹ ਚੀਜ਼ਾਂ ਰੱਖਣੀਆਂ ਜ਼ਰੂਰੀ ਆ। ਮੈਨੂੰ ਪਤਾ ਨਹੀਂ ਕਿੰਨੇ ਕੁ ਮੈਸੇਜ ਆਉਂਦੇ ਹੋਗੇ, ਵੀਰ ਤੁਸੀਂ ਆਰਮੀ 'ਚ ਹੋ, ਤੁਸੀਂ US ਦੇ ਭਰਤੀ ਆ, ਇੱਦਾਂ ਆ ਉੱਦਾਂ ਆ, ਪੁਲਿਸ ਵਾਲੇ ਆ। ਮੈਂ ਕੋਈ ਨਹੀਂ ਆ ਯਾਰ, ਮੈਂ ਮਾਮੂਲੀ ਆਮ ਬੰਦਾ ਆ। ਮੇਰੇ 'ਚ ਕੋਈ ਸਪੈਸ਼ਲ ਨਹੀਂ ਆ, ਮੇਰੇ ਕੋਲ ਕੋਈ ਕ੍ਰੈਡੈਂਸ਼ੀਅਲਸ ਨਹੀਂ ਆ, ਮੇਰੇ ਕੋਲ ਕੋਈ ID ਨਹੀਂ ਆ, ਮੈਨੂੰ ਕਿਸੇ ਨੇ ਕੋਈ ਪਰਮਿਸ਼ਨ ਨਹੀਂ ਦਿੱਤੀ। ਇਹ ਤੁਹਾਡਾ ਇੱਥੇ ਰੱਬ ਦਾ ਦਿੱਤਾ ਹੋਇਆ ਹੱਕ ਆ, ਇਹਨੂੰ ਵਰਤੋ। ਜੇ ਨਾ ਵਰਤਿਆ ਤੇ ਜਿਹੜੇ ਅੱਜ ਤੁਹਾਡੇ ਕੋਲ ਗਨਜ਼ ਖੋਹਣ ਦੀ ਕੋਸ਼ਿਸ਼ ਕਰਨ ਡਏ ਆ ਨਾ, ਇਹਨਾਂ ਨੇ ਜਦੋਂ ਆ ਚੀਜ਼ਾਂ ਤੁਹਾਡੇ ਕੋਲ ਖੋਹ ਲਈਆਂ ਇੱਕ ਵਾਰੀ, ਇਹਨਾਂ ਨੇ ਕਦੀ ਵਾਪਸ ਨਹੀਂ ਆਉਣਾ। ਦੇਖੋ ਆਪਣੇ ਗਨ ਕੰਟਰੋਲ ਦੀ ਪ੍ਰੋਬਲਮ ਇਹ ਆ ਕਿ ਜਦੋਂ ਇਹ ਕਹਿੰਦੇ ਆ ਕਿ ਹਾਂ ਬਈ ਆਹ ਹਥਿਆਰ ਕਿਸੇ ਕੋਲ ਹੋਣੇ ਨਹੀਂ ਚਾਹੀਦੇ, ਇੱਦਾਂ ਆ, ਚਲੋ ਆਪਾਂ ਸਾਰਿਆਂ ਨੇ ਇਕੱਠੇ ਕਰਕੇ ਆਪਾਂ ਸਾਰੇ ਸਹੀ ਆ, ਆਪਾਂ ਉਹਨਾਂ ਨੂੰ ਦੇਤੇ, ਤੁਸੀਂ ਜੋ ਕਰਨਾ ਕਰੋ। ਪਰ ਕ੍ਰਿਮੀਨਲਸ ਵੀ ਤੁਹਾਨੂੰ ਦਓਗੇ, ਹੈ ਨਾ। ਸੋ ਕੀ ਕਰਨ ਡਏ ਆ ਤੁਸੀਂ? ਮੈਨੂੰ ਕਮਜ਼ੋਰ ਕਰਨ ਡਏ ਆ ਤੇ ਕ੍ਰਿਮੀਨਲ ਨੂੰ ਤਕੜਾ ਕਰਨ ਡਏ ਆ। ਪ੍ਰੋਬਲਮ ਆਪਣੀ ਇਹ ਆ। ਸੋ ਮੈਂ ਕਹਿੰਦਾ ਜਾਂ ਤੁਸੀਂ ਮੇਰੇ ਵਰਗਾ ਅਵਤਾਰ ਭਾਜੀ, ਮਨਰਾਜ ਭਾਜੀ ਵਰਗਾ ਕੋਈ ਦੋਸਤ ਲੱਭੋ ਜਿਹਨਾਂ ਨੂੰ ਮਾੜੀ ਮੋਟੀ ਨੌਲੇਜ ਆ। ਟਿਕਟੌਕ ਵਾਲਿਆਂ ਦੀ ਨਹੀਂ ਮੈਂ ਗੱਲ ਕਰਨ ਡਿਆ, ਮਜ਼ਾਕ ਹੀ ਬਣਾਇਆ ਪਿਆ ਯਾਰ। ਸੋ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਆ, ਤੁਸੀਂ ਗਨ ਸਟੋਰ ਵਾਲਿਆਂ ਨੂੰ ਜਾ ਕੇ ਪੁੱਛ ਸਕਦੇ ਆ, ਤੇ ਜਾਂ ਤੁਸੀਂ ਇੰਟਰਨੈਟ 'ਤੇ ਰਿਸਰਚ ਕਰ ਸਕਦੇ ਆ ਕਿ ਕੀ ਲਾਜ਼ ਆ ਕੀ ਨਹੀਂ ਆ। ਸੋ ਪਹਿਲਾਂ ਅਸੀਂ ਇੱਕ ਵੀਡੀਓ ਬਣਾਈ ਸੀਗੀ ਗਨ ਸੇਫਟੀ ਵਾਲੀ, ਪਲੀਜ਼ ਉਹਨੂੰ ਦੇਖ ਲਿਓ। ਮੈਂ ਵੀਡੀਓ ਦੇ ਐਂਡ ਦੇ ਵਿੱਚ ਉਹਦੀ ਲਿੰਕ ਲਾਊਂਗਾ, ਪਲੀਜ਼ ਉੱਥੇ ਕਲਿੱਕ ਕਰਿਓ। ਜੇ ਤੁਸੀਂ ਉਹ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਹਥਿਆਰਾਂ ਨੂੰ ਕਿੱਦਾਂ ਸੇਫ ਤਰੀਕੇ ਦੇ ਨਾਲ ਨਾ ਇੱਕ ਵਧੀਆ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਸੰਭਾਲ ਸਕਦੇ ਆ। ਜੇ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਾਂ ਯਾਰ, ਜਦੋਂ ਮੈਂ ਪਹਿਲੀ ਵਾਰੀ ਗਨ ਸਟੋਰ ਦੇ ਵਿੱਚ ਗਿਆ ਤੇ ਬੰਦੇ ਨੇ ਮੈਨੂੰ ਪਿਸਟਲ ਦਿਖਾਉਣਾ ਸੀਗਾ ਤੇ ਉਹਨੇ ਇੱਦਾਂ ਲੌਕ ਬੈਕ ਕਰਕੇ ਮੈਨੂੰ ਫੜਾਇਆ। ਯਾਰ ਮੈਨੂੰ ਸਲਾਈਡ ਨਹੀਂ ਥੱਲੇ ਕਰਨੀ ਆਉਂਦੀ ਸੀ, ਉਹਨੇ ਇੱਕ ਆਪ ਪਿਸਟਲ ਫੜ ਕੇ ਮੈਨੂੰ ਸਿਖਾਇਆ ਕਿ ਯਾਰ ਇਹਨੂੰ ਪਿੱਛੇ ਕਰ ਤੇ ਅੱਗੇ ਛੱਡ। ਜਦੋਂ ਮੈਂ ਇੱਦਾਂ ਕੀਤਾ ਤਾਂ ਮੈਂ ਸਿੱਧਾ ਟੇਬਲ ਦੇ ਵਿੱਚ ਜਾ ਕੇ ਪਿਸਟਲ ਦਾ ਮਜ਼ਲ ਮਾਰਿਆ। ਯਾਰ ਇਹ ਗਨ ਸਟੋਰ ਵਾਲੇ ਬਹੁਤ ਚੰਗੇ ਆ। ਤੁਸੀਂ ਕਹਿ ਸਕਦੇ ਹਾਂ ਪੈਸਾ ਬਣਾਉਣਾ ਚਾਹੁੰਦੇ, ਪਰ ਨੋਰਮਲੀ ਤੁਸੀਂ ਦੇਖੋਗੇ ਇਹਨਾਂ ਦੇ ਵਿੱਚ ਬਹੁਤ ਪੈਸ਼ਨ ਆ ਇਹਨਾਂ ਦੇ ਬਿਜ਼ਨਸ ਵਾਲੇ। ਜੋ ਤੁਸੀਂ ਕੋਈ ਡਾਕਟਰ ਦੇਖਦੇ ਆ ਨਾ, ਤੇ ਡਾਕਟਰ ਸਹੀ ਹੁੰਦਾ ਆ ਤੇ ਤੁਸੀਂ ਉਹਦਾ ਪੈਸ਼ਨ ਦੇਖ ਸਕਦੇ ਆ। ਇਹ ਸਾਰੇ ਉੱਦਾਂ ਦੇ ਹੁੰਦੇ ਆ। ਤਾਂ ਤੁਸੀਂ ਸਟੋਰ ਦੇ ਵਿੱਚ ਗਏ, ਤੁਸੀਂ ਮਾੜਾ ਜਿਹਾ ਹਾਈ ਹੈਲੋ ਕਰਨਾ ਆ। ਉਹਨਾਂ ਨੇ ਤੁਹਾਨੂੰ ਕਹਿਣਾ ਹਾਊ ਕੈਨ ਆਈ ਹੈਲਪ ਯੂ। ਜੇ ਤੁਹਾਨੂੰ ਕੋਈ ਹੈਲਪ ਨਹੀਂ ਚਾਹੀਦੀ ਕੋਈ ਗੱਲ ਨਹੀਂ, ਜਸਟ ਸੇ ਆਮ ਜਸਟ ਲੁਕਿੰਗ। ਮਾੜਾ ਜਿਹਾ ਦੇਖਣ ਹੀ ਡਿਆ ਸੀਗਾ। ਤੇ ਜੇ ਤੁਸੀਂ ਟੈਕਸਸ ਦੇ ਵਿੱਚ ਆ, ਉਹਨਾਂ ਨੇ ਤੁਹਾਨੂੰ ਹੌਲੀ ਜਿਹੀ ਕਹਿਣਾ ਹਾਊ ਕੈਨ ਆਈ ਹੈਲਪ ਯੂ ਪ੍ਰੈਕਟਿਸ ਯੂਰ ਸੈਕੰਡ ਅਮੈਂਡਮੈਂਟ ਰਾਈਟਸ ਟੁਡੇ, ਹੈ ਨਾ। ਟੈਕਸਸ ਵਿੱਚ ਬਹੁਤ ਮਜ਼ਾ ਆਇਆ। ਐਨੀਵੇਜ਼ ਮੈਂ ਤੁਹਾਨੂੰ ਮਾੜਾ ਜਿਹਾ ਦਿਖਾਉਣਾ ਚਾਹੁੰਦਾ ਸੀ। ਕਈ ਸਟੋਰਸ ਆ ਜਿਨ੍ਹਾਂ ਦੇ ਵਿੱਚ ਸਾਰਾ ਕੁਝ ਇਹਨਾਂ ਨੇ
ਕਾਊਂਟਰ ਦੇ ਪਿੱਛੇ ਰੱਖਿਆ ਹੁੰਦਾ ਨਾ, ਡੈਸਕ ਦੇ ਪਿੱਛੇ ਰੱਖਿਆ ਹੁੰਦਾ, ਤੁਸੀਂ ਕਿਸੇ ਚੀਜ਼ ਨੂੰ ਛੇੜ ਨਹੀਂ ਸਕਦੇ ਉਹਨਾਂ ਚਿਰ ਜਿੰਨਾ ਚਿਰ ਤੁਹਾਡੀ ਕੋਈ ਮਦਦ ਨਹੀਂ ਕਰਦਾ। ਸੋ ਤੁਸੀਂ ਆਪਣੀ ਲਾਈਨ ਦੇ ਵਿੱਚ ਵੇਟ ਕਰ ਸਕਦੇ ਹੋ, ਤੁਸੀਂ ਕਹਿ ਸਕਦੇ ਹਾਂ ਵੀ ਮੈਂ ਆਹ ਚੀਜ਼ ਦੇਖਣਾ ਚਾਹੁੰਦਾ ਸੀ ਜਾਂ ਆਹ ਚੀਜ਼ ਦੇਖਣਾ ਚਾਹੁੰਦਾ ਸੀਗਾ। ਜੇ ਤੁਸੀਂ ਕਿਸੇ ਛੋਟੀ ਮੋਟੀ ਦੁਕਾਨ ਦੇ ਵਿੱਚ ਗਏ ਆ, ਮਾਮ ਐਂਡ ਪਾਪ ਸ਼ਾਪ ਕਹਿ ਲਈਦਾ ਆਪਾਂ, ਉੱਥੇ ਇਦਾਂ ਦੀਆਂ ਚੀਜ਼ਾਂ ਉਹਨਾਂ ਨੇ ਬਸ ਕੰਧ ਦੇ ਨਾਲ ਲਾਈਆਂ ਹੁੰਦੀਆਂ। ਸੋ ਤੁਸੀਂ ਉਹਨਾਂ ਨੂੰ ਜਾ ਕੇ ਦੇਖ ਸਕਦੇ ਆ, ਤੁਸੀਂ ਉਹਨਾਂ ਨੂੰ ਚੱਕ ਸਕਦੇ ਆ। ਅਗੇਨ ਵੀਡੀਓ ਜ਼ਰੂਰ ਦੇਖਿਓ ਜਿਹਦੀ ਮੈਂ ਗੱਲ ਕਰਨ ਡਿਆ ਸੀਗਾ ਕਿ ਤੁਹਾਡੀ ਮਜ਼ਲ ਹਮੇਸ਼ਾ ਸੇਫ ਡਾਇਰੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਇਹਨੂੰ ਕੰਧ ਵੱਲ ਰੱਖੋ, ਜੇ ਕੰਧ ਵੱਲ ਕੋਈ ਹੈਗਾ ਆ ਉਧਰ ਬਣਾ ਕਰੋ, ਇਹਨੂੰ ਹਮੇਸ਼ਾ ਥੱਲੇ ਨੂੰ ਰੱਖੋ, ਫਿਰ ਅੱਗੇ ਪਿੱਛੇ ਕਰ ਸਕਦੇ ਆ, ਸੇਫਟੀ ਨਾਲ ਖੇਡ ਸਕਦੇ ਆ। ਮੈਂ ਕਹਿੰਦਾ ਟ੍ਰਿਗਰ ਨੂੰ ਨਾ ਖਿੱਚਿਓ, ਹੈ ਨਾ। ਨੋਰਮਲੀ ਤੁਸੀਂ ਗਨ ਸ਼ਾਪ ਵਾਲੇ ਨੂੰ ਪੁੱਛ ਸਕਦੇ ਆ, hey do you mind if I pull this trigger real quick, I just want to see how it feels, ਤੇ ਉਹਨੇ ਕਹਿਣਾ yeah no problem, ਕਿਉਂਕਿ ਉਹਨੂੰ ਪਤਾ ਤੁਸੀਂ ਸੀਰੀਅਸ ਆ ਨਾ, ਤੁਸੀਂ ਉੱਦਾਂ ਹੀ ਇੱਥੇ ਖੇਡਣ ਨਹੀਂ ਆਏ ਯਾਰ, ਚਲੋ ਯਾਰ ਕੀ ਕਰਦੇ। ਸੋ ਤੁਸੀਂ ਇੱਦਾਂ ਕਰ ਸਕਦੇ ਆ। ਪਿਸਟਲ ਥੋੜ੍ਹੇ ਅਲੱਗ ਹੁੰਦੇ ਆ, ਪਿਸਟਲ ਛੋਟੇ ਹੁੰਦੇ ਆ, ਕੋਈ ਚੋਰੀ ਕਰ ਸਕਦਾ ਐਰਾ ਵਗੈਰਾ। ਸੋ ਨੋਰਮਲੀ ਇਹ ਕਾਊਂਟਰ ਦੇ ਪਿੱਛੇ ਪਏ ਹੁੰਦੇ ਆ ਜਾਂ ਕੰਧ ਦੇ ਉੱਤੇ ਲਾਏ ਹੁੰਦੇ ਆ। ਕਈ ਸਟੇਟਸ ਆ ਜਿਹਦੇ ਵਿੱਚ ਤੁਹਾਨੂੰ ਪਰਮਿਟ ਚਾਹੀਦਾ, ਨਿਊਯਾਰਕ ਦੇ ਵਿੱਚ। ਸੋ ਜੇ ਤੁਹਾਡੇ ਕੋਲ ਪਰਮਿਟ ਹੈਗਾ ਆ, ਲਾਇਸੈਂਸ ਹੈਗਾ ਆ, ਉਹ ਇੱਕ ਵਾਰੀ ਦੇਖੋਗੇ। ਸੋ ਜਦੋਂ ਤੁਸੀਂ ਪਿਸਟਲ ਕਿਸੇ ਕੋਲ ਮੰਗਿਆ, ਉਹਨਾਂ ਨੇ ਪਿਸਟਲ ਦੀ ਸਲਾਈਡ ਨੂੰ ਪਿੱਛੇ ਕਰਕੇ ਤੁਹਾਨੂੰ ਦਿਖਾਉਣਾ ਕਿ ਬੈਰਲ ਖਾਲੀ ਆ, ਮੈਗਜ਼ੀਨ ਖਾਲੀ ਆ, ਤੇ ਉਹਨਾਂ ਨੇ ਤੁਹਾਡੇ ਅੱਗੇ ਰੱਖ ਦੇਣਾ। ਤੇ ਕਈ ਵਾਰੀ ਉਹ ਕੀ ਕਰਦੇ ਆ, ਮੈਗਜ਼ੀਨ ਨੂੰ ਕੱਢ ਕੇ ਤੁਹਾਨੂੰ ਦਿਖਾਓਗੇ ਤੇ ਇਹਨਾਂ ਨੇ ਇੱਦਾਂ ਰੱਖ ਦੇਣਾ, ਤੇ ਜਾਂ ਮੈਗਜ਼ੀਨ ਨੂੰ ਫੇਰ ਵਿੱਚ ਪਾ ਕੇ ਅੱਗੇ ਕਰਕੇ ਸਲਾਈਡ ਨੂੰ ਤੁਹਾਡੇ ਅੱਗੇ ਰੱਖ ਦੇਣਾ। ਤੇ ਇੱਥੇ ਮੈਂ ਕਹਿੰਦਾ ਯਾਰ ਉਹੀ ਚੀਜ਼ ਕਿ ਤੁਸੀਂ ਯਾਦ ਰੱਖੋ, ਜਿਹੜੀ ਤੁਹਾਡੀ ਮਜ਼ਲ ਆ ਇਹਦੇ ਵਿੱਚ ਇੱਕ ਲੇਜ਼ਰ ਆ। ਇੱਦਾਂ ਸੋਚੋ ਕਿ ਜਿੱਥੇ ਉਹ ਲੇਜ਼ਰ ਲੱਗ ਗਿਆ ਉਹ ਚੀਜ਼ ਮਰ ਗਈ। ਇਹਦੇ ਵਿੱਚ ਕੋਈ ਮਜ਼ਾਕ ਨਹੀਂ ਆ, ਹਾਂ ਕਲੀਅਰ ਆ, ਹੈ ਨਾ। ਇਹਦੇ ਵਿੱਚ ਕੋਈ ਗੋਲੀ ਨਹੀਂ ਹੈਗੀ। ਇਹਦਾ ਮਤਲਬ ਇਹ ਨਹੀਂ ਕਿ ਆਪਣੇ ਦੋਸਤ ਨੂੰ ਕਹੋ ਆਹ ਚੀਜ਼ ਵਧੀਆ ਹੈ ਨਾ, ਇੱਦਾਂ ਦਾ ਕੁਛ ਕੰਮ ਨਹੀਂ ਕਰਨਾ ਤੁਸੀਂ। ਸੋ ਉਸੇ ਵੇਲੇ ਇਹਨੂੰ ਚੱਕ ਕੇ ਥੱਲੇ ਨੂੰ ਕਰੋ। ਸੋ ਤੁਸੀਂ ਉਹਨੂੰ ਕਹਿ ਸਕਦੇ hey do you mind if I pull the trigger, safety on ਸੀ। ਦੋ ਕਲਿਕਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਯਾਰ ਟ੍ਰਿਗਰ ਕਿੰਨਾ ਕੁ ਵਧੀਆ। ਬਾਲਾ ਨਾ ਕਰਿਓ। ਜੇ ਤੁਹਾਡੇ ਕੋਲ 22 LR ਦੀ ਰਾਈਫਲ ਹੈ ਜਾਂ ਪਿਸਟਲ ਹੈ, ਉਹਨੂੰ ਕਦੀ ਵੀ ਤੁਸੀਂ ਡਰਾਈ ਫਾਇਰ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਉਹਦੀ ਫਾਇਰਿੰਗ ਪਿਨ ਖਰਾਬ ਹੋ ਜਾਂਦੀ ਆ। ਜਹਾਜ਼ ਨੇ ਵੀ ਹੋਣਾ ਸੀ। ਵੀਰੋ ਭੈਣੋ, ਤੁਸੀਂ ਇੱਦਾਂ ਨਾ ਸੋਚਿਓ ਕਿ ਸਿਰਫ ਤੁਸੀਂ ਇੱਕ ਰਾਈਫਲ ਰੱਖ ਸਕਦੇ ਆ, ਇੱਕ ਇੱਦਾਂ ਆ, ਇੱਕ ਉੱਦਾਂ। ਯਾਰ ਮੈਨੂੰ ਕਿੰਨੇ ਮੈਸੇਜ ਆਉਂਦੇ, ਯਾਰ ਤੂੰ ਇੰਨਾ ਅਸਲਾ ਚੱਕੀ ਫਿਰਦਾ ਆ। ਅਸਲੀ ਮੈਸੇਜ ਇੱਦਾਂ ਦੇ ਆਉਂਦੇ ਮੈਨੂੰ। ਤੁਹਾਨੂੰ ਕੋਈ ਪਰਮਿਸ਼ਨ ਨਹੀਂ ਚਾਹੀਦੀ। ਤੁਸੀਂ ਇੱਕ ਚੀਜ਼ ਖਰੀਦਣੀ ਆ, ਇੱਕ ਖਰੀਦੋ, 100 ਖਰੀਦਣੀਆਂ 100 ਖਰੀਦੋ। ਤੁਸੀਂ ਇੱਦਾਂ ਸੋਚੋ ਤੁਸੀਂ ਆਹ ਚੀਜ਼ ਨੂੰ ਪਸੰਦ ਕਰ ਲਿਆ, ਹੈ ਨਾ। ਮੈਂ ਤੁਹਾਨੂੰ ਆ ਵੀ ਐਗਜ਼ਾਮਪਲ ਦਿਖਾਉਣਾ ਚਾਹੁੰਦਾ ਸੀਗਾ। ਕਈ ਰਾਈਫਲਸ ਹੈ ਨਾ ਜਿਨ੍ਹਾਂ ਦੇ ਵਿੱਚ ਕਾਫੀ ਐਕਸ਼ਨ ਤੁਸੀਂ ਅੱਗੇ ਪਿੱਛੇ ਕਰ ਸਕਦੇ ਆ, ਤੇ ਥੋੜੀ ਮਹਿੰਗੀ ਚੀਜ਼ ਹੋ ਗਈ। ਉਹ ਕੀ ਕਰਦੇ ਆ, ਉਹ ਇਦਾਂ ਦਾ ਇੱਕ ਪਟਾ ਲਾ ਦਿੰਦੇ ਆ, ਹੈ ਨਾ, ਜ਼ਿਪ ਟਾਈ ਲਾ ਦਿੰਦੇ ਆ ਕਿ ਤੁਸੀਂ ਇਹਨੂੰ ਅੱਗੇ ਪਿੱਛੇ ਨਾ ਕਰ ਸਕੋ, ਟ੍ਰਿਗਰ ਨੂੰ ਨਾ ਖਿੱਚ ਸਕੋ। ਇਹਦਾ ਫਾਇਦਾ ਇਹ ਆ ਕਿ ਜਦੋਂ ਤੁਸੀਂ ਆ ਰਾਈਫਲ ਨੂੰ ਖਰੀਦਿਆ, ਤੁਹਾਡੇ ਤੋਂ ਪਹਿਲਾਂ 1000 ਲੋਕ ਨਹੀਂ ਆਏ ਸੀਗੇ ਜਿਨ੍ਹਾਂ ਨੇ ਇਹਦੇ ਨਾਲ ਖੇਡਿਆ, ਹੈ ਨਾ, ਮੜ ਜਾ ਖਰਾਬ ਕਰਤਾ। ਸੋ ਇਹ ਵਧੀਆ ਚੀਜ਼ ਆ। ਸੋ ਤੁਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਮੈਨੂੰ ਆ ਪਸੰਦ ਆ। ਉਹਨਾਂ ਨੇ ਤੁਹਾਨੂੰ ਆਹ ਚੀਜ਼ ਦੇਣੀ ਨਹੀਂ ਆ ਜੇ ਤੁਸੀਂ ਲੀਗਲੀ ਇਹਨੂੰ ਓਨ ਨਹੀਂ ਕਰ ਸਕਦੇ। ਹੁਣ ਕਈ ਸਟੇਟਸ ਆ, ਕੈਲੀਫੋਰਨੀਆ, ਨਿਊਯਾਰਕ, ਇਹਨਾਂ ਦੇ ਵਿੱਚ ਕਈ ਫੀਚਰਸ ਨਹੀਂ ਤੁਸੀਂ ਰੱਖ ਸਕਦੇ, ਉਹ ਬਾਅਦ ਦੀ ਗੱਲ। ਯਾਰ ਜੇ ਤੁਸੀਂ ਨਿਊਯਾਰਕ ਦੀ ਵੀਡੀਓ ਚਾਹੁੰਦੇ ਆ, ਜੇ ਤੁਸੀਂ ਕੈਲੀਫੋਰਨੀਆ ਦੀ ਵੀਡੀਓ ਚਾਹੁੰਦੇ ਆ, ਮੈਨੂੰ ਦੱਸੋ, ਕੋਈ ਗੱਲ ਨਹੀਂ, ਉਹ ਵੀ ਬਣਾ ਦੂੰਗਾ। ਪਰ ਮੋਸਟਲੀ ਅਮਰੀਕਾ ਦੇ ਵਿੱਚ ਤੁਸੀਂ ਆਹ ਚੀਜ਼ ਖਰੀਦ ਕੇ ਉਸੇ ਦਿਨ ਇਹਨੂੰ ਘਰ ਲੈ ਕੇ ਜਾ ਸਕਦੇ ਆ। ਜੇ ਤੁਹਾਡੀ ਸਟੇਟ ਦੇ ਵਿੱਚ ਕੋਈ ਪਿਸਟਲ ਪਰਮਿਟ ਰਿਕੁਆਇਰਮੈਂਟ ਆ, ਹੈ ਨਾ, ਮੋਸਟ ਸਟੇਟਸ ਦੇ ਵਿੱਚ ਤੁਸੀਂ ਕਨਸਟੀਟਿਊਸ਼ਨ ਕੈਰੀ ਕਰ ਸਕਦੇ ਆ। ਇਹਦਾ ਮਤਲਬ ਕਿ ਕੋਈ ਵੀ ਜਾਣਾ ਜਾ ਕੇ ਇੱਦਾਂ ਰਾਈਫਲ ਨੂੰ ਵੀ ਖਰੀਦ ਸਕਦਾ, ਪਿਸਟਲ ਨੂੰ ਵੀ ਖਰੀਦ ਸਕਦਾ। ਹੁਣ ਕਈ ਸਟੇਟਸ ਆ ਜਿਹਦੇ ਵਿੱਚ ਪਿਸਟਲਸ ਰਿਕੁਆਇਰਡ ਆ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਹੋਵੇ। ਸੋ ਜਦੋਂ ਤੁਸੀਂ ਉਹ ਚੀਜ਼ ਖਰੀਦੀ, ਉਹ ਤੁਹਾਡੇ ਇੱਕ ਪਿਸਟਲ ਪਰਮਿਟ ਦੇ ਉੱਤੇ, ਤੁਹਾਡੇ ਲਾਇਸੈਂਸ ਦੇ ਉੱਤੇ ਚੜ੍ਹਨੀ ਪੈਣੀ ਹੈ। ਗਨਸ 99.9% ਆਫ ਦਾ ਟਾਈਮ, ਇਨਕਲੂਡਿੰਗ ਨਿਊਯਾਰਕ ਦੇ ਵਿੱਚ, ਇਨਕਲੂਡਿੰਗ ਕੈਲੀਫੋਰਨੀਆ ਦੇ ਵਿੱਚ, ਉੱਥੇ ਵੀ ਨਹੀਂ ਕੋਈ ਪਰਵਾਹ ਕਰਦਾ। ਸੋ ਇੱਦਾਂ ਨਾ ਸੋਚੋ ਕਿ ਉਹਨਾਂ ਨੇ ਆਹ ਚੀਜ਼ ਤੁਹਾਨੂੰ ਫੜਾ ਦੇਣੀ ਤਾਂ ਤੁਸੀਂ ਕੋਈ ਲਾਅ ਤੋੜਨ ਡਏ ਆ। ਉਹਨਾਂ ਨੇ ਤੁਹਾਨੂੰ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨ ਦੇਣਾ, ਕਿਉਂਕਿ ਉਹ ਲਾਇਬਲ ਆ, ਹੈ ਨਾ। ਕਿਉਂਕਿ ਉਹਦਾ ਜਦੋਂ ਸੀਰੀਅਲ ਨੰਬਰ ਕੋਈ ਟਰੈਕ ਕਰਦਾ ਆ, ਉਹ ਉਹਨਾਂ ਕੋਲ ਨਿਕਲਣੀ ਹੈ। ਉਹਨਾਂ ਨੇ ਕਹਿਣਾ ਤੂੰ ਯਾਰ ਇਹਨਾਂ ਨੂੰ ਆਹ ਕਿਉਂ ਚੀਜ਼ ਵੇਚੀ। ਸੋ ਹਰ ਕਿਸੇ ਨੂੰ ਪ੍ਰੋਬਲਮ ਆ ਸਕਦੀ ਹੈ। ਤੇ ਹੁਣ ਤੁਹਾਨੂੰ ਦੁਕਾਨ ਵਾਲੇ ਨੇ ਕਹਿਣਾ ਆਹ ਚੀਜ਼ ਮੈਨੂੰ ਫੜਾ, ਉਹਨੇ ਤੁਹਾਨੂੰ ਇੱਕ ਪੇਪਰ ਦੇਣਾ ਆ, ਉਹ ਨਿਕਸ ਬੈਕਗਰਾਊਂਡ ਚੈੱਕ ਆ, NICS, ਹੈ ਨਾ। ਆਈ ਥਿੰਕ ਫੋਰਮ 4473 ਵੀ ਉਹਨੂੰ ਕਹਿ ਲੈਂਦੇ ਆ। ਕਾਫੀ ਸਿੰਪਲ ਫੋਰਮ ਹੈ। ਤੁਹਾਡੀ ਬੇਸਿਕ ਇਨਫੋਰਮੇਸ਼ਨ ਤੁਹਾਡੇ ਕੋਲ ਪੁੱਛਦੇ ਆ ਕਿ ਤੁਸੀਂ ਕੋਈ ਕਾਨੂੰਨ ਕਦੀ ਤੋੜਿਆ, ਇੱਦਾਂ ਨਾ। ਮੈਂ ਐਂਡ ਦੇ ਵਿੱਚ ਕੋਈ ਗੱਲ ਨਹੀਂ, ਤੁਹਾਨੂੰ ਸਾਰੀ ਫੋਰਮ ਦਿਖਾਊਂਗਾ। ਇੱਕ ਪੇਜ ਆ, ਤੁਹਾਨੂੰ ਪੂਰਾ ਪੇਜ ਭਰਨਾ ਪੈਂਦਾ। ਇੱਦਾਂ ਨਹੀਂ ਕਿ ਕੋਈ ਰੱਟੇ ਲਾ ਕੇ ਐਸੇ ਲਿਖਣਾ, ਸਿੰਪਲ ਕੁਐਸਚਨਸ ਆ। ਤੇ ਦੂਜੇ ਪੇਜ ਦੇ ਉੱਤੇ ਤੁਹਾਡਾ ਡੇਟ ਤੇ ਸਿਗਨੇਚਰ, ਬਸ। ਸੋ ਕਾਫੀ ਸੌਖਾ ਆ। ਅਗੇਨ ਐਂਡ ਤੇ ਲੱਗਾ ਹੋਊਗਾ ਤੇ ਤੁਹਾਡੇ ਲਈ ਥੋੜਾ ਜਿਹਾ ਟ੍ਰਾਂਸਲੇਟ ਹੋ ਜਾਊਗਾ ਕਿ ਇਹ ਤੁਹਾਡੇ ਕੋਲ ਕੀ ਸਵਾਲ ਪੁੱਛਣ ਡਿਆ। ਲੈ ਲਓ ਬਈ, ਇੱਕ ਹੋਰ ਜਹਾਜ਼ ਆਉਣ ਡਿਆ। ਐਨੀਵੇਜ਼, ਤੇ ਹੁਣ ਨਾਲ ਹੀ ਦੁਕਾਨ ਵਾਲੇ ਨੇ ਤੁਹਾਡੇ ਕੋਲ ID ਮੰਗ ਲੈਣੀ ਆ। ਹੁਣ ਤੁਹਾਡਾ ਪਾਸਪੋਰਟ ਹੋ ਗਿਆ, ਤੁਹਾਡਾ ਲਾਇਸੈਂਸ ਹੋ ਗਿਆ, ਕੋਈ ਵੀ ਸਟੇਟ ਇਸ਼ੂਡ ID ਹੋ ਗਈ, ਮਿਲਟਰੀ ਕੰਟਰੈਕਟ ਹੋ ਗਈ, ਤੁਸੀਂ ਸਭ ਕੁਝ ਵਰਤ ਸਕਦੇ ਆ। ਤੁਸੀਂ ਇੱਥੇ ਦੇ ਲੀਗਲ ਰੈਜ਼ੀਡੈਂਟ ਹੋ ਸਕਦੇ ਆ, ਤੁਸੀਂ ਸਿਟੀਜ਼ਨ ਹੋ ਸਕਦੇ ਆ, ਪਰਮਨੈਂਟ ਰੈਜ਼ੀਡੈਂਟ, PR,
ਉਹਨਾਂ ਸਾਰਿਆਂ ਨੂੰ ਅਲਾਊਡ ਆ ਇੱਥੇ ਕਿ ਤੁਸੀਂ ਰਾਈਫਲ ਰੱਖ ਸਕਦੇ, ਪਿਸਟਲ ਰੱਖ ਸਕਦੇ ਆ, ਜਿੱਦਾਂ ਵੀ ਆ। ਪ੍ਰੋਬਲਮ ਬਸ ਉਦੋਂ ਆਉਂਦੀ ਆ ਜਦੋਂ ਕੋਈ ਜਿੱਦਾਂ ਇੰਗਲੈਂਡ ਤੋਂ ਕੋਈ ਆ ਗਿਆ 2 ਦਿਨ ਇੱਥੇ ਖੇਡਣ ਅਤੇ ਉਹ ਸੋਚਦਾ ਕਿ ਹਾਂ ਬਈ ਮੈਂ ਇੱਥੇ ਜਾ ਕੇ ਗਨ ਖਰੀਦ ਸਕਦਾ, ਇੱਦਾਂ ਦਾ ਕੋਈ ਚਾਂਸ ਨਹੀਂ ਹੈਗਾ। ਹੁਣ ਤੁਹਾਡਾ ਬੈਕਗਰਾਊਂਡ ਚੈੱਕ ਹੋਗਾ, ਦੁਕਾਨ ਵਾਲੇ ਨੇ ਸਾਰੀ ਇਨਫੋਰਮੇਸ਼ਨ ਜਿਹੜੀ ਤੁਸੀਂ ਫੋਨ ਤੇ ਭਰੀ ਸੀਗੀ ਉਹਨੇ ਕੰਪਿਊਟਰ 'ਚ ਪਾ ਦੇਣੀ ਹੈ ATF ਦੀ ਵੈਬਸਾਈਟ 'ਤੇ, ਜਾਂ ਉਹ ATF ਨੂੰ ਫੋਨ ਕਰਕੇ ਵੀ ਕਰ ਸਕਦਾ। ਅੱਜ ਕੱਲ੍ਹ ਤੇ ਕੰਪਿਊਟਰ ਹੀ ਵਰਤਦੇ ਲੋਕ। ਸੋ ਹੁਣ ਕੀ ਹੋਊਗਾ, ਹੁਣ 3 ਚੀਜ਼ਾਂ ਹੋ ਸਕਦੀਆਂ, ਜਾਂ ਉਹਨਾਂ ਨੇ ਤੁਹਾਨੂੰ ਅਪਰੂਵ ਕਰ ਦੇਣਾ, ਕਈ ਵਾਰੀ ਉਸੇ ਵੇਲੇ ਅਪਰੂਵ ਕਰ ਦਿੰਦੇ ਆ, ਕਈ ਵਾਰੀ 5-10 ਮਿੰਟ ਲੱਗ ਜਾਂਦੇ ਆ, ਬੈਠੇ ਰਹੋ ਕੋਈ ਗੱਲ ਨਹੀਂ। ਜਾਂ ਉਹ ਤੁਹਾਨੂੰ ਡਿਨਾਈ ਕਰ ਸਕਦੇ ਆ, ਇਹਦਾ ਮਤਲਬ ਕੋਈ ਚਾਂਸ ਨਹੀਂ ਆ, ਇਹਨੂੰ ਤੁਸੀਂ ਗਨ ਦੇ ਨਹੀਂ ਸਕਦੇ। ਤੁਸੀਂ ਉਹਨੂੰ ਅਪੀਲ ਵੀ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਕਿ ਕੋਈ ਗਲਤੀ ਹੋ ਗਈ ਆ ਕਿ ਉਹਨਾਂ ਨੇ ਤੁਹਾਨੂੰ ਡਿਨਾਈ ਕਰਤਾ। ਨੋਰਮਲੀ ਜੇ ਉਹ ਡਿਨਾਈ ਕਰਨ ਕਾਫੀ ਹਾਰਡ ਕੇਸ ਹੋਊਗਾ ਹੈ ਨਾ, ਸੋ ਨੋਰਮਲੀ ਫਾਈਟ ਕਰਨਾ ਔਖਾ ਆ, ਪਰ ਕਰ ਸਕਦੇ ਆ, ਤੁਹਾਡੀ ਲੀਗਲ ਰਾਈਟ ਆ। ਅਤੇ ਫਿਰ ਹੋ ਸਕਦਾ ਇੱਕ ਚੀਜ਼ ਉਹਨੂੰ ਕਹਿੰਦਾ ਡਿਲੇਡ। ਇਹ ਆਪਣੇ ਲੋਕਾਂ ਲਈ ਬਹੁਤ ਕਾਮਨ ਆ, ਕਿਉਂਕਿ ਆਪਾਂ ਸਾਰੇ ਸਿੰਘ ਆ, ਆਪਾਂ ਸਾਰੇ ਕੌਰ ਆ ਹੈ ਨਾ, ਆਪਣੇ ਕਿੰਨੇ ਮੇਰਾ ਨਾਂ ਰਣਦੀਪ ਸਿੰਘ ਆ, ਕਿੰਨੇ ਰਣਦੀਪ ਸਿੰਘ ਤੁਰੇ ਫਿਰਦੇ ਆ ਹੈ ਨਾ, ਸਭ ਤੋਂ ਵਧੀਆ ਤਾਂ ਮੈਂ ਹੀ ਆ, ਪਰ ਕਿੰਨੇ ਫਿਰੰਡੇ ਹੋ ਗਏ। ਸੋ ਮੇਰੇ ਨਾਲ ਵੀ ਕਈ ਵਾਰੀ ਹੋਇਆ, ਪਹਿਲਾਂ ਹੁੰਦਾ ਸੀਗਾ ਜੇ ਮੈਂ 10 ਵਾਰੀ ਗਿਆ ਅਤੇ 5 ਵਾਰੀ ਮੈਨੂੰ ਡਿਲੇ ਹੋਣੀ ਆ। ਡਿਲੇ ਦਾ ਮਤਲਬ ਬਸ ਇਹ ਹੁੰਦਾ ਕਿ ATF ਕਹਿੰਦੀ ਆ ਸਾਨੂੰ ਥੋੜ੍ਹਾ ਜਿਹਾ ਹੋਰ ਟਾਈਮ ਚਾਹੀਦਾ, ਅਸੀਂ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਈਏ ਕਿ ਇਹ ਬੰਦਾ ਕੌਣ ਆ ਹੈ ਨਾ, ਕਿ ਕੋਈ ਮਿਸਕਮਿਊਨੀਕੇਸ਼ਨ ਨਾ ਹੋ ਜਾਏ, ਕੋਈ ਗਲਤੀ ਨਾ ਹੋ ਜਾਏ। ਕਈ ਵਾਰੀ 3 ਦਿਨ ਲੱਗ ਜਾਂਦੇ ਆ। ਸੋ ਤੁਹਾਡੀ ਲੀਗਲ ਰਾਈਟ ਆ, ਜਦੋਂ ਇਹ ਟਾਈਮ ਐਕਸਪਾਇਰ ਹੋ ਜਾਂਦਾ, ਅਗੇਨ ਇਹ ਟਾਈਮ ਬਦਲਦਾ ਰਹਿੰਦਾ, 7 ਦਿਨ ਹੋ ਸਕਦੇ, ਕੀ ਫਰਕ ਪੈਂਦਾ ਕਿ ਜੇ ATF ਨੇ ਡਿਸੀਜਨ ਨਾ ਲਈ, ਤੁਸੀਂ ਹਜੇ ਵੀ ਡਿਲੇ 'ਤੇ ਆ, ਅਤੇ ਉਹ ਦੁਕਾਨ ਵਾਲੇ ਨੇ ਤੁਹਾਨੂੰ ਕਾਲ ਕਰਨੀ, ਉਹਨਾਂ ਨੇ ਕਹਿਣਾ ਕਿ ਹਜੇ ਵੀ ਡਿਲੇ ਆ, ਪਰ ਲੀਗਲੀ ਤੂੰ ਇਹਨੂੰ ਲੈ ਕੇ ਜਾ ਸਕਦਾ, ਆ ਜਾ ਇਹਨੂੰ ਚੱਕ। ਮੇਰੇ ਨਾਲ ਤਾਂ ਨਹੀਂ ਇੱਦਾਂ ਕਦੀ ਹੋਇਆ, ਮੈਨੂੰ ਨੋਰਮਲੀ 1-2 ਦਿਨ ਬਾਅਦ ਕਲੀਅਰ ਕਰ ਹੀ ਦਿੰਦੇ ਆ, ਯੂਜਲੀ ਅਗਲੇ ਦਿਨ ਕਰ ਦਿੰਦੇ ਆ। ਉਸੇ ਦਿਨ ਤਾਂ ਕਦੀ ਮੇਰਾ ਹੋਇਆ ਨਹੀਂ, ਪਰ ਮੈਂ ਕਈ ਵਾਰੀ ਸੁਣਿਆ ਕਿ ਉਸੇ ਦਿਨ ਵੀ ਕਲੀਅਰ ਕਰ ਦਿੰਦੇ ਆ। ਚਲੋ ਜੀ, ਤੁਹਾਡੀ ਗੱਲ ਬਣ ਗਈ ਆ, ਵਧਾਈਆਂ ਤੁਹਾਨੂੰ, ਤੁਸੀਂ ਹੁਣ ਆਪਣੇ ਛੋਟੇ ਜਿਹੇ ਨਿਆਣੇ ਨੂੰ, ਆਪਣੇ ਪਿਆਰ ਨੂੰ ਘਰ ਲੈ ਕੇ ਜਾ ਸਕਦੇ ਆ। ਬਸ ਇੱਕ ਚੀਜ਼ ਯਾਦ ਰੱਖਿਓ, ਕਾਫੀ ਰਿਸਪਾਂਸਿਬਿਲਿਟੀ ਆ ਤੁਹਾਡੇ 'ਤੇ, ਕਾਫੀ ਚੀਜ਼ਾਂ ਤੁਹਾਨੂੰ ਚਾਹੀਦੀਆਂ। ਇੱਦਾਂ ਨਹੀਂ ਕਿ ਮੈਂ ਆਹ ਚੀਜ਼ ਲੈ ਲਈ ਆ, ਗੋਲੀਆਂ ਲੈ ਲਈਆਂ, ਚਲੋ ਮੈਂ ਘਰ ਚਲੇ ਗਿਆ। ਮੈਂ ਇੱਕ ਵੀਡੀਓ ਬਣਾਈ ਸੀਗੀ, ਉਹਦਾ ਟਾਈਟਲ ਮੈਂ ਰੱਖਿਆ ਸੀਗਾ ਬੋਰ ਅ ਗਨ ਨਾਓ ਵਾਟ, ਮੀਨਿੰਗ ਮੈਂ ਰਾਈਫਲ, ਪਿਸਟਲ, ਸ਼ਾਟਗਨ ਖਰੀਦੀ ਆ, ਹੁਣ ਮੈਨੂੰ ਅੱਗੇ ਕੀ ਕਰਨਾ ਚਾਹੀਦਾ। ਉਹਦੀ ਲਿੰਕ ਮੈਂ ਇਸ ਵੀਡੀਓ ਦੇ ਐਂਡ ਦੇ ਵਿੱਚ ਪਾਊਂਗਾ, ਤੁਸੀਂ ਉਹਨੂੰ ਕਲਿੱਕ ਕਰ ਸਕਦੇ ਆ। ਮੈਂ ਕਾਫੀ ਵੱਡੇ ਟੌਪਿਕਸ ਕਵਰ ਕਰਦਾ ਆ ਕਿ ਤੁਹਾਨੂੰ ਕੀ ਕੁਛ ਚਾਹੀਦਾ ਆਹ ਚੀਜ਼ ਸੇਫਲੀ ਆਪਣੇ ਘਰ ਰੱਖਣ ਨੂੰ ਅਤੇ ਤਿਆਰ ਰਹਿਣ ਨੂੰ। ਅਫਕੋਰਸ ਟ੍ਰੇਨਿੰਗ ਸੈਪਰੇਟ ਆ, ਟ੍ਰੇਨਿੰਗ ਤੁਹਾਨੂੰ ਜ਼ਰੂਰ ਲੈਣੀ ਚਾਹੀਦੀ ਆ। ਟ੍ਰੇਨਿੰਗ ਵੀ ਨਹੀਂ, ਤੁਸੀਂ ਪ੍ਰੈਕਟਿਸ ਕਰ ਸਕਦੇ ਆ, ਤੁਸੀਂ ਕਾਫੀ ਕੁਛ ਆਪ ਵੀ ਸਿੱਖ ਸਕਦੇ ਆ, ਬਸ ਸੇਫਲੀ ਕਰਿਓ। ਅਤੇ ਹੁਣ ਜਦੋਂ ਦੁਕਾਨ ਵਾਲੇ ਨੇ ਤੁਹਾਨੂੰ ਗਨ ਫੜਾਉਣੀ ਆ, 99.9% ਆਫ ਦਾ ਟਾਈਮ ਜਦੋਂ ਤੁਸੀਂ ਨਵੀਂ ਗਨ ਖਰੀਦਦੇ ਆ, ਉਹ ਡੱਬੇ 'ਚ ਆਉਂਦੀ ਆ। ਕਿਉਂਕਿ ਨੋਰਮਲੀ ਜਦੋਂ ਸ਼ਿਪਿੰਗ ਹੁੰਦੀ ਆ ਉਦੋਂ ਵੀ ਡੱਬੇ 'ਚ ਆਉਂਦੀ, ਅਤੇ ਕਈ ਵਾਰੀ ਉਹ ਡੱਬਾ ਗੱਤੇ ਦਾ ਬਣਿਆ ਹੁੰਦਾ, ਕਈ ਵਾਰੀ ਉਹ ਕੱਪੜੇ ਦਾ ਬਣਿਆ ਹੁੰਦਾ, ਅਤੇ ਕਈ ਵਾਰੀ ਇੱਦਾਂ ਦਾ ਹਾਰਡ ਕੇਸ ਵੀ ਹੁੰਦਾ। ਸੋ ਇਹ ਮੈਂ ਤੁਹਾਨੂੰ ਤਾਂ ਦੱਸਣ ਡਿਆ ਕਿ ਕਈ ਸਟੇਟਸ ਦੇ ਵਿੱਚ ਲਾਜ਼ ਆ ਕਿ ਗੱਡੀ ਦੇ ਵਿੱਚ ਤੁਸੀਂ ਅਸਲਾ ਕਿੱਦਾਂ ਟਰਾਂਸਪੋਰਟ ਕਰਨਾ, ਲੈ ਕੇ ਜਾਣਾ, ਭਾਵੇਂ ਤੁਸੀਂ ਘਰ ਜਾਣ ਡੇ ਹੋ, ਰੇਂਜ 'ਚ ਜਾਣ ਡੇ ਹੋ, ਭਾਵੇਂ ਤੁਸੀਂ ਗੱਡੀ 'ਚ ਉੱਦਾਂ ਹੀ ਰੱਖਿਆ ਹੋਵੇ। ਸੋ ਇਹ ਕਾਫੀ ਇੰਪੋਰਟੈਂਟ ਟੌਪਿਕ ਆ, ਇਹਦੀ ਆਪਾਂ ਸੈਪਰੇਟ ਵੀਡੀਓ ਬਣਾਵਾਂਗੇ। ਮੈਂ ਤੁਹਾਨੂੰ ਉਹਦੇ ਵਿੱਚ ਦੱਸੂੰਗਾ ਕਿ ਤੁਸੀਂ ਸਟੇਟ ਬਾਈ ਸਟੇਟ ਕਿੱਦਾਂ ਟਰੈਵਲ ਕਰ ਸਕਦੇ ਆ। ਤੁਸੀਂ ਕੈਲੀਫੋਰਨੀਆ ਤੋਂ ਇੱਥੇ ਜਾਣ ਡਏ ਆ, ਟੈਕਸਸ ਜਾਣ ਡਏ ਆ, ਨਿਊਯਾਰਕ ਤੋਂ ਟੈਕਸਸ ਜਾਣ ਡਏ, ਕੀ ਤੁਸੀਂ ਕਰ ਸਕਦੇ ਆ, ਉਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸੂੰਗਾ। ਤੁਸੀਂ ਟਰੱਕ ਡਰਾਈਵਰ ਆ, ਤੁਹਾਡੇ ਲਈ ਬਹੁਤ ਵਧੀਆ ਵੀਡੀਓ ਹੋਊਗੀ। ਜੇ ਪੁਲਿਸ ਵਾਲਾ ਤੁਹਾਨੂੰ ਪੁਲ ਓਵਰ ਕਰਦਾ ਆ, ਤੁਸੀਂ ਸਪੀਡਿੰਗ ਕਰਨ ਡਏ ਸੀ, ਕੁਛ ਗਲਤੀ ਹੋ ਗਈ ਤੁਹਾਡੇ ਕੋਲੋਂ, ਉਹਦੇ ਨਾਲ ਤੁਸੀਂ ਕਿੱਦਾਂ ਰਿਐਕਟ ਕਰਨਾ। ਕਈ ਸਟੇਟਸ ਹੁੰਦੀਆਂ ਜਿਹਦੇ ਵਿੱਚ ਬਾਈ ਲਾਅ ਤੁਹਾਨੂੰ ਉਸੇ ਵੇਲੇ ਦੱਸਣਾ ਪੈਂਦਾ ਕਿ ਹਾਂ ਬਈ ਮੇਰੇ ਕੋਲ ਅਸਲਾ ਆ, ਗੱਡੀ ਦੇ ਵਿੱਚ ਆ, ਕਿੱਥੇ ਆ, ਬਲਾ ਬਲਾ ਬਲਾ। ਕਈ ਸਟੇਟਸ ਆ ਜਿਹਦੇ ਵਿੱਚ ਕੁਛ ਨਹੀਂ ਕਹਿਣਾ ਪੈਂਦਾ, ਅਤੇ ਤੁਹਾਨੂੰ ਕੀ ਕਰਨਾ ਚਾਹੀਦਾ, ਕੋਈ ਗੱਲ ਨਹੀਂ, ਫਿਕਰ ਨਾ ਕਰੋ, ਉਹਦੀ ਵੀਡੀਓ ਮੈਂ ਚੰਗੀ ਤਰ੍ਹਾਂ ਡੀਟੇਲ ਦੇ ਵਿੱਚ ਬਣਾਉਂਗਾ। ਜੇ ਤੁਸੀਂ ਨਿਊਯਾਰਕ ਜਾਂ ਕੈਲੀਫੋਰਨੀਆ ਵਰਗੀ ਕੋਈ ਬਕਵਾਸ ਸਟੇਟ ਦੇ ਵਿੱਚ ਰਹਿੰਦੇ ਆ, ਇੱਥੇ ਇੱਕ ਹੋਰ ਐਕਸਟਰਾ ਸਟੈਪ ਆ, ਉਹ ਆ ਰਜਿਸਟ੍ਰੇਸ਼ਨ। ਇਹਦਾ ਕੀ ਮਤਲਬ, ਨਿਊਯਾਰਕ ਦੇ ਵਿੱਚ ਪਿਸਟਲਸ ਦੀ ਰਜਿਸਟ੍ਰੇਸ਼ਨ ਦੀ ਰਿਕੁਆਇਰਮੈਂਟ ਆ, ਰਾਈਫਲਸ ਦੀ ਨਹੀਂ ਆ। ਸੋ ਜੇ ਮੈਂ ਗਨ ਸਟੋਰ ਦੇ ਵਿੱਚ ਗਿਆ ਅਤੇ ਮੈਂ ਰਾਈਫਲ ਖਰੀਦੀ, ਮੈਂ ਉਹਨੂੰ ਉਸੇ ਦਿਨ ਘਰ ਲੈ ਕੇ ਆ ਸਕਦਾ। ਜੇ ਪਿਸਟਲ ਆ, ਉਹਨਾਂ ਨੇ ਮੈਨੂੰ ਇੱਕ ਰਸੀਦ ਦੇ ਦੇਣੀ ਆ, ਮੇਰਾ ਬੈਕਗਰਾਊਂਡ ਚੈੱਕ ਨਹੀਂ ਹੋਗਾ, ਉਹਨਾਂ ਨੇ ਸਿਰਫ ਮੇਰੇ ਪੈਸੇ ਲੈਣੇ, ਇੱਕ ਰਸੀਦ ਦੇਣੀ ਕਿ ਬੰਦਾ ਆਹ ਚੀਜ਼ ਖਰੀਦਣਾ ਚਾਹੁੰਦਾ। ਉਹ ਰਸੀਦ ਲੈ ਕੇ ਮੈਨੂੰ ਆਪਣੇ ਸ਼ੈਰਿਫ ਕੋ ਜਾਂ ਸਟੇਟ ਪੁਲਿਸ ਕੋ ਜਾਂ ਸਟੇਟ ਨੂੰ ਭੇਜਣੀ ਪਊਗੀ, ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿੰਦੇ ਆ। ਨੋਰਮਲੀ ਫਰੀ ਸਟੇਟਸ ਦੇ ਵਿੱਚ ਇੱਦਾਂ ਨਹੀਂ ਹੁੰਦਾ, ਥੋੜ੍ਹੀਆਂ ਛੋਟੀਆਂ ਮੋਟੀਆਂ ਸਟੇਟਸ ਹੀ ਆ ਜਿਹਦੇ ਵਿੱਚ ਆਹ ਰਿਕੁਆਇਰਮੈਂਟ ਆ, ਅਤੇ ਇਹਨਾਂ ਨੂੰ 2-3-4 ਹਫ਼ਤੇ ਲੱਗ ਜਾਂਦੇ ਆ। ਇਹਨਾਂ ਨੇ ਆਪਣਾ ਬੈਕਗਰਾਊਂਡ ਚੈੱਕ ਕਰਨਾ, ਇੱਕ ਹੋਰ, ਅਤੇ ਇਹਨਾਂ ਨੇ ਇੱਕ ਰਜਿਸਟ੍ਰੇਸ਼ਨ ਬਣਾਈ ਆ ਜਿਹਦੇ ਵਿੱਚ ਤੁਹਾਡਾ ਨਾਂ ਲਿਖੂਗੇ, ਅਤੇ ਉਹਦੇ ਉੱਤੇ ਇਹ ਵੀ ਲਿਖਿਆ ਹੋਊਗਾ ਕਿ ਆਹ ਬੰਦੇ ਕੋ ਆਹ ਸੀਰੀਅਲ ਦਾ ਪਿਸਟਲ ਆ ਜਾਂ ਜੋ ਵੀ ਆ। ਸੋ ਕਈ ਸਟੇਟਸ ਇਹ ਤੋਂ ਵੀ ਬਕਵਾਸ ਆ, ਹਵਾਈ ਹੋ ਗਈ, ਵਾਸ਼ਿੰਗਟਨ DC ਸਟੇਟ ਨਹੀਂ ਆ, ਪਰ ਸਟੇਟ ਮੰਨੀ ਜਾਂਦੀ ਆ, ਮਤਲਬ ਲਾਜ਼ ਦੇ ਮੁਤਾਬਿਕ। ਇਹਨਾਂ ਦੇ ਵਿੱਚ ਰਾਈਫਲਸ ਵੀ ਰਜਿਸਟਰਡ ਆ ਅਤੇ ਪਿਸਟਲਸ ਵੀ ਰਜਿਸਟਰਡ ਆ। ਸੋ ਡੋਂਟ ਗੋ ਟੂ ਹਵਾਈ ਐਂਡ ਵਾਸ਼ਿੰਗਟਨ DC। ਫਾਈਨਲੀ ਇੱਕ ਹੋਰ ਚੀਜ਼, ਯਾਰ ਇਹ ਅਸਲਾ ਮਜ਼ਾਕ ਨਹੀਂ ਆ, ਇਹ ਖਿਡੌਣਾ ਨਹੀਂ ਆ।
ਆਪਣੇ ਲੋਕ ਬਹੁਤ ਸ਼ੌਂਕ ਰੱਖਦੇ ਆ ਚੀਜ਼ਾਂ ਦਾ, ਮੂਵੀਆਂ ਦੇਖ ਕੇ, ਟਿਕਟੋਕਾਂ ਦੇਖ ਕੇ, ਮਿਊਜ਼ਿਕ ਵੀਡੀਓਜ਼ ਦੇਖ ਕੇ, ਪਰ ਨੌਲੇਜ ਆਪਣੇ ਵਿੱਚ ਥੋੜ੍ਹੀ ਘੱਟ ਆ। ਇਹਦੇ ਵਿੱਚ ਤੁਹਾਡੀ ਵੀ ਕੋਈ ਗਲਤੀ ਨਹੀਂ ਆ, ਆਪਣੀ ਕੋਈ ਪ੍ਰੋਪਰ ਸੋਰਸ ਵੀ ਨਹੀਂ ਹੈਗੀ। ਹੁਣ ਥੋੜ੍ਹੇ ਮੁੰਡੇ ਬਣਾਉਣ ਡੇ ਆ ਵੀਡੀਓਜ਼, ਸੋ ਉਮੀਦ ਕਰਦੇ ਆ ਕਿ ਲੋਕਾਂ ਤੱਕ ਇਹ ਚੀਜ਼ ਪਹੁੰਚ ਸਕੇ। ਜੇ ਤੁਹਾਨੂੰ ਇੱਦਾਂ ਦੀਆਂ ਵੀਡੀਓਜ਼ ਪਸੰਦ ਆ, ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਅਸੀਂ ਸੋਚਦੇ ਹਾਂ ਕਿ ਜਿੰਨੀ ਵੱਧ ਤੋਂ ਵੱਧ ਨੌਲੇਜ ਆਪਣੇ ਸਿੰਘਾਂ ਨਾਲ, ਕੌਰਾਂ ਨਾਲ ਸ਼ੇਅਰ ਕੀਤੀ ਜਾਵੇ, ਉਹ ਆਪਣੀ ਕੌਮ ਲਈ ਵਧੀਆ ਆ। ਆਪਣੇ ਗੁਰੂਆਂ ਨੇ ਵੀ ਇਹੀ ਆਪਣੇ ਲਈ ਚਾਹਿਆ ਸੀ, ਪਰ ਹੌਲੀ ਹੌਲੀ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਕੋਈ ਗੱਲ ਨਹੀਂ, ਮੈਨੂੰ ਲੱਗਦਾ ਕਿ ਆਪਣੇ ਵਿੱਚ ਹਜੇ ਵੀ ਚਾਂਸ ਹੈਗਾ ਆ ਕਿ ਟਾਈਮ ਆਪਾਂ ਨੂੰ ਪਿੱਛੇ ਨਹੀਂ ਛੱਡ ਗਿਆ। ਆਪਣੀ ਪੂਰੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਾਂ ਆਹ ਚੀਜ਼ ਨੂੰ ਬਦਲੀਏ। ਵੈਲਕਮ ਟੂ ਦ ਬੇਸਮੈਂਟ, ਆਪਣਾ ਸਟੂਡੀਓ। ਸੋ ਮੈਂ ਆਪਣੇ ਪ੍ਰਿੰਟਰ ਦੇ ਵਿੱਚੋਂ ਫੋਰਮ 4473 ਕੱਢੀ ਆ, ਆਪਣੀ ATF ਦੀ ਫੋਰਮ। ਜਦੋਂ ਤੁਸੀਂ ਕੋਈ ਵੀ ਗਨ ਖਰੀਦਦੇ ਆ, ਕੋਈ ਵੀ ਫਾਇਰ ਆਰਮ ਖਰੀਦਦੇ ਆ, ਪਿਸਤਲ, ਸ਼ਾਟਗਨ, ਤੁਹਾਨੂੰ ਆਹ ਚੀਜ਼ ਭਰਨੀ ਪੈਂਦੀ ਆ। ਨੋਰਮਲੀ ਇਹ ਇੱਕ ਬੰਨਿਓ ਜੁੜੀ ਹੋਊਗੀ, ਮੈਂ ਪ੍ਰਿੰਟਰ ਚੋਂ ਕੱਢਿਆ ਸੋ ਇਹ ਨਹੀਂ ਜੁੜੀ। ਹੈਗੇ 3 ਪੇਜ ਆ, ਇਹਨਾਂ ਦਾ ਅਗਲਾ ਬੰਨਾ ਵੀ ਹੁੰਦਾ ਆ, ਪਿਛਲਾ ਬੰਨਾ ਵੀ ਹੁੰਦਾ ਆ। ਤੁਸੀਂ ਬਾਹਲੀ ਚਿੰਤਾ ਨਾ ਕਰੋ, 6 ਪੇਜ ਨਹੀਂ ਤੁਹਾਨੂੰ ਭਰਨੇ ਪੈਣੇ। ਪਿਛਲੇ ਜਿਹੜੇ 2 ਪੇਜ ਆ, ਟੈਕਨੀਕਲੀ 4 ਪੇਜ, ਕਿਉਂਕਿ ਅਗਲੇ ਬੰਨੇ ਵੀ ਆ, ਪਿਛਲੇ ਬੰਨੇ ਵੀ ਆ, ਇਹਨਾਂ ਨੂੰ ਤੁਹਾਨੂੰ ਭਰਨ ਦੀ ਜ਼ਰੂਰਤ ਨਹੀਂ ਆ। ਆਪਾਂ ਸਿਰਫ ਪਹਿਲਾ ਪੇਜ, ਅਗਲੇ ਬੰਨੇ ਤੇ ਪਿਛਲੇ ਬੰਨੇ, ਇਹਦੇ ਵਿੱਚ ਵੀ ਆਪਾਂ ਸਾਰੀ ਚੀਜ਼ ਨਹੀਂ ਭਰਨੀ। ਮੈਂ ਤੁਹਾਨੂੰ ਸਮਝਾਉਣਾ ਕਿਉਂ। ਸੋ ਇਹਦੇ ਵਿੱਚ ਆਪਾਂ ਸ਼ੁਰੂ ਕਰਨਾ ਆ ਸੈਕਸ਼ਨ B ਦੇ ਵਿੱਚ। ਜੇ ਤੁਸੀਂ ਸੈਕਸ਼ਨ A ਨੂੰ ਦੇਖੋ, ਇੱਥੇ ਲਿਖਿਆ ਆ ਮਸਟ ਬੀ ਕੰਪਲੀਟਡ ਬਾਈ ਟ੍ਰਾਂਸਫਰ ਸੈਲਰ ਬਿਫੋਰ ਟ੍ਰਾਂਸਫਰੀ ਬਾਇਰ ਕੰਪਲੀਟ ਸੈਕਸ਼ਨ B। ਇਹਦਾ ਮਤਲਬ ਕਿ ਜਿਹੜੀ ਗਨ ਸ਼ਾਪ ਵਾਲੇ ਆ, ਉਹਨਾਂ ਨੇ ਆਹ ਚੀਜ਼ ਪਹਿਲੋਂ ਭਰੀ ਹੋਣੀ ਆ। ਸੋ ਆਪਾਂ ਸੈਕਸ਼ਨ B ਤੋਂ ਸ਼ੁਰੂ ਕਰਨਾ ਆ। ਸੋ ਆਪਾਂ ਸ਼ੁਰੂ ਕਰਨਾ ਆ ਨੰਬਰ 9 ਤੋਂ। ਵੀਰੋ ਭੈਣੋ, ਯਾਦ ਰੱਖਿਓ, ਮੈਂ ਕੋਈ ਲਾਇਰ ਨਹੀਂ ਆ, ਨਾ ਮੈਂ ਕੋਈ ਪੁਲਿਸ ਵਾਲਾ, ਨਾ ਮੈਂ ਕੋਈ ਪ੍ਰੋਫੈਸ਼ਨਲ ਟ੍ਰਾਂਸਲੇਟਰ। ਸੋ ਜੋ ਤੁਸੀਂ ਦੇਖਣ ਲੱਗੇ ਆ, ਇਹ ਮੈਂ ਅਪ੍ਰੈਲ 2021 ਦੇ ਵਿੱਚ ਕਰਨ ਡਿਆ। ਇਹ ਚੀਜ਼ਾਂ ਬਦਲ ਸਕਦੀਆਂ ਆ। ਮੇਰੀ ਜਿਹੜੀ ਟ੍ਰਾਂਸਲੇਸ਼ਨ ਆ, ਇਹ ਰਫ ਟ੍ਰਾਂਸਲੇਸ਼ਨ ਆ। ਜਦੋਂ ਤੁਸੀਂ ਗਨ ਸ਼ਾਪ ਦੇ ਵਿੱਚ ਗਏ ਤੇ ਤੁਸੀਂ ਆਹ ਚੀਜ਼ ਨੂੰ ਭਰਨ ਡਏ ਆ, ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਇੱਦਾਂ ਨਹੀਂ ਕਿ ਮੈਂ ਗਿਆ ਤੇ ਮੇਰਾ ਯਾਰ ਦੋਸਤ ਮੇਰੇ ਲਈ ਉਹ ਪੇਪਰ ਭਰਨ ਡਿਆ, ਉਹ ਤੁਹਾਨੂੰ ਆਪ ਭਰਨਾ ਪਊਗਾ। ਹਾਂ, ਤੁਹਾਡੀ ਘਰ ਵਾਲੀ, ਤੁਹਾਡਾ ਘਰ ਵਾਲਾ ਤੁਹਾਡੇ ਲਈ ਕਰ ਸਕਦਾ ਆ, ਪਰ ਸਿਗਨੇਚਰ ਤੁਹਾਡਾ ਹੋਊਗਾ, ਭਰਨਾ ਤੁਹਾਨੂੰ ਪਊਗਾ। ਨੋਰਮਲੀ ਤੁਸੀਂ ਦੇਖੋਗੇ ਸਾਰੇ ਰਿਲੈਕਸ ਉਦੋਂ ਹੀ ਹੁੰਦੇ ਆ ਜਦੋਂ ਤੁਸੀਂ ਆਪਣੀ ਚੀਜ਼ ਨੂੰ ਆਪ ਭਰਨ ਡਏ ਹੁੰਦੇ। ਸੋ ਜੇ ਤੁਸੀਂ ਨੰਬਰ 9 ਤੋਂ ਆ ਜਾਓ, ਆਪਣਾ ਨੰਬਰ 9 ਆ ਜੀ ਲਾਸਟ ਨੇਮ। ਇਹ ਤੁਹਾਡਾ ਲਾਸਟ ਨੇਮ ਹੋਊਗਾ, ਸਰਨੇਮ ਮੇਰੇ ਖਿਆਲ ਨਾਲ ਕਹਿ ਲਈਦਾ ਪੰਜਾਬੀ 'ਚ। ਉਹ ਤੋਂ ਅੱਗੇ ਆ ਜੀ ਆਪਣਾ ਫਰਸਟ ਨੇਮ। ਸੋ ਇੱਥੇ ਆਪਣਾ ਫਰਸਟ ਨੇਮ ਹੋਊਗਾ ਤੇ ਉਹ ਤੋਂ ਬਾਅਦ ਹੈ ਜੀ ਮਿਡਲ ਨੇਮ। ਜੇ ਤੁਹਾਡਾ ਮਿਡਲ ਨੇਮ ਹੈਗਾ ਆ, ਇੱਥੇ ਲਿਖ ਦਿਓ, ਪੂਰਾ ਲਿਖ ਦਿਓ। ਜੇ ਨਹੀਂ ਹੈਗਾ ਤੇ ਤੁਹਾਨੂੰ ਨੋ ਮਿਡਲ ਨੇਮ ਲਿਖਣਾ ਪੈਣਾ, ਪਰ ਇਹਨੂੰ ਅਬਰੀਵੀਏਟ ਕਰਨਾ ਪੈਣਾ। ਇਹਦਾ ਮਤਲਬ NMN, ਇਹਦਾ ਮਤਲਬ ਨੋ ਮਿਡਲ ਨੇਮ, ਹੈ ਉਹ ਤੁਹਾਨੂੰ ਇੱਥੇ ਲਿਖਣਾ ਪਊਗਾ। ਸੋ ਮੇਰਾ ਲਾਸਟ ਨੇਮ ਸਿੰਘ ਆ, ਮੈਂ ਨੰਬਰ 9 ਤੇ ਸਿੰਘ ਭਰੂੰਗਾ। ਮੈਂ ਫਰਸਟ ਨੇਮ ਦੇ ਵਿੱਚ ਰਣਦੀਪ ਭਰੂੰਗਾ। ਮੈਂ ਮਿਡਲ ਨੇਮ ਦੇ ਵਿੱਚ ਲਿਖੂੰਗਾ NMN। ਇਹ ਤੋਂ ਅੱਗੇ ਨੰਬਰ 10 ਆ, ਇਹ ਆ ਜੀ ਕਰੰਟ ਸਟੇਟ ਆਫ ਰੈਜ਼ੀਡੈਂਸ ਐਂਡ ਐਡਰੈਸ। ਆਪਾਂ ਪਹਿਲੋਂ ਆਪਣਾ ਸਟਰੀਟ ਨੰਬਰ ਤੇ ਐਡਰੈਸ ਭਰਾਂਗੇ, ਫਿਰ ਆਪਾਂ ਸਿਟੀ ਭਰਾਂਗੇ, ਫਿਰ ਆਪਾਂ ਸਟੇਟ ਭਰਾਂਗੇ, ਉਹ ਤੋਂ ਅੱਗੇ ਆਪਣਾ ਜ਼ਿਪ ਕੋਡ, ਫਿਰ ਆਊਗੀ ਕਾਉਂਟੀ ਜਾਂ ਬਰੋ। ਕਾਫੀ ਸੈਲਫ ਐਕਸਪਲੈਨੇਟਰੀ ਆ। ਤੁਹਾਡਾ ਐਡਰੈਸ ਇਹਨੂੰ ਇੱਥੇ ਭਰ ਦਿਓ। ਹੁਣ 11ਵੇਂ ਨੰਬਰ ਤੇ ਆਪਣਾ ਪਲੇਸ ਆਫ ਬਰਥ ਆ। ਜੇ ਤੁਸੀਂ ਅਮਰੀਕਾ ਦੇ ਵਿੱਚ ਬੋਰਨ ਸੀਗੇ, ਤੁਸੀਂ ਲੈਫਟ ਸਾਈਡ ਤੇ ਲਿਖੋਗੇ ਆਪਣੀ ਸਿਟੀ ਤੇ ਸਟੇਟ। ਜੇ ਫੋਰ ਐਗਜ਼ਾਮਪਲ ਤੁਸੀਂ ਕੁਈਨਜ਼ ਨਿਊਯਾਰਕ ਦੇ ਵਿੱਚ ਬੋਰਨ ਆ, ਉੱਥੇ ਲਿਖ ਦਿਓ। ਔਰ ਇੱਥੇ ਲਿਖਿਆ ਫੋਰਨ ਕੰਟਰੀ। ਸੋ ਮੈਂ ਇੰਡੀਆ 'ਚ ਬੋਰਨ ਸੀਗਾ, ਮੈਂ ਇੱਥੇ ਇੰਡੀਆ ਲਿਖਦਾ। ਤੁਸੀਂ ਜਿੱਥੇ ਬੋਰਨ ਸੀਗੇ ਤੁਸੀਂ ਉਹ ਲਿਖੋ। ਨੰਬਰ 12 ਹੈ ਆਪਣੀ ਹਾਈਟ। ਇਹ ਫੁੱਟ ਤੇ ਇੰਚ ਦੇ ਵਿੱਚ ਆ, ਅਮਰੀਕਨ ਸਿਸਟਮ। ਸੋ ਜਿਹੜੀ ਤੁਹਾਡੀ ਹਾਈਟ ਆ, ਨੋਰਮਲੀ ਤੁਹਾਡੇ ਲਾਇਸੈਂਸ ਤੇ ਲਿਖੀ ਹੋਊਗੀ, ਤੁਸੀਂ ਉਹ ਇੱਥੇ ਲਿਖੋ। ਨੰਬਰ 13 ਆ ਜੀ ਤੁਹਾਡਾ weight, ਤੁਹਾਡਾ ਭਾਰ ਕਿੰਨਾ ਆ। ਇਹ ਪਾਉਂਡਸ ਦੇ ਵਿੱਚ ਆ। LBS ਜਿਹੜਾ ਇੱਥੇ ਲਿਖਿਆ, ਇਹਦਾ ਮਤਲਬ ਪਾਉਂਡਸ। ਸੋ ਮੈਂ ਕਾਫੀ ਮੋਟਾ ਆ, ਮੈਂ ਤੁਹਾਨੂੰ ਦੱਸੂਗਾ ਨਹੀਂ। ਨੰਬਰ 14 ਸੈਕਸ। ਇੱਥੇ ਯੈਸ ਪਲੀਜ਼ ਨਹੀਂ, ਇੱਥੇ ਮੇਲ ਫੀਮੇਲ, ਤੇ ਹੁਣ ਇਹਨਾਂ ਨੇ ਨਾਨ ਬਾਈਨਰੀ ਵੀ ਕਰਤਾ। ਸੋ ਜੇ ਤੁਸੀਂ ਬੰਦਾ ਆ, ਬੁੱਢੀਆਂ ਜਾਂ ਨਾਨ ਬਾਈਨਰੀਆਂ, ਤੁਸੀਂ ਇੱਥੇ ਲਿਖ ਸਕਦੇ ਆ। ਨੰਬਰ 15 ਹੈ ਜੀ ਡੇਟ ਆਫ ਬਰਥ, ਤੁਹਾਡਾ ਜਨਮ ਦਿਨ ਕਦੋਂ ਸੀਗਾ। ਪਹਿਲਾ ਹੈ ਜੀ ਤੁਹਾਡਾ ਮਹੀਨਾ। ਜੇ ਤੁਸੀਂ ਜਨਵਰੀ ਦੇ ਵਿੱਚ ਬੋਰਨ ਸੀਗੇ, ਤੁਸੀਂ ਇੱਥੇ ਲਿਖੋ 01, ਹੈ ਨਾ, ਕਿ ਕੋਈ ਕਨਫਿਊਜ਼ਨ ਨਾ ਹੋਵੇ। ਜੇ ਤੁਸੀਂ ਫਰਵਰੀ ਸੀ 02, ਹੈ ਨਾ, ਦਸੰਬਰ ਸੀ 12। ਡੇ ਕਿਹੜਾ ਦਿਨ ਸੀਗਾ,
ਤੇ ਸਾਲ। ਜਦੋਂ ਤੁਸੀਂ ਸਾਲ ਲਿਖਣਾ, ਜੇ ਤੁਸੀਂ 1985 ਦੇ ਵਿੱਚ ਬੋਰਨ ਸੀਗੇ, 85 ਨਾ ਲਿਖੋ, 1985 ਲਿਖੋ, ਪੂਰਾ ਲਿਖੋ। ਨੰਬਰ 16 ਹੈ ਜੀ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ। ਕਈ ਲੋਕ ਕਹਿੰਦੇ ਆ ਯਾਰ ਮੈਂ ਨਹੀਂ ਭਰਨਾ, ਮੈਂ ਆਪਣੀ ਗਵਰਨਮੈਂਟ ਨੂੰ ਦੱਸਣਾ ਚਾਹੁੰਦਾ। ਯਾਰ ਤੁਹਾਨੂੰ ਲੱਗਦਾ ਕਿ ਗਵਰਨਮੈਂਟ ਨੂੰ ਨਹੀਂ ਪਤਾ? ਇਹ ਤੁਹਾਡੀ ਮਦਦ ਕਾਫੀ ਕਰੂਗਾ, ਕਿਉਂਕਿ ਆਪਾਂ ਸਾਰੇ ਸਿੰਘ ਆ, ਆਪਾਂ ਸਾਰੇ ਕੌਰ ਆ, ਆਪਣੇ ਨਾਂ ਬਹੁਤ ਰਲਦੇ ਮਿਲਦੇ ਆ। ਸੋ ਜੇ ਤੁਸੀਂ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਭਰੋਗੇ, ਬਹੁਤ ਸੌਖਾ ਹੋ ਜਾਂਦਾ ਉਹਨਾਂ ਦੇ ਲਈ ਤੁਹਾਡਾ ਬੈਕਗਰਾਉਂਡ ਚੈੱਕ ਕਰਨਾ। ਸੋ ਮੈਂ ਨੋਰਮਲੀ ਭਰਦਾ ਆ, ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਨੰਬਰ 17 ਆ ਇੱਕ, ਇਹਨੂੰ ਕਹੀਦਾ ਯੂਪਿਨ। ਤੁਹਾਨੂੰ ਇਹਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਉਹਨਾਂ ਲਈ ਆ ਜਿਹੜੇ ਕਾਫੀ ਗਨਸ ਖਰੀਦਦੇ ਆ ਅਤੇ ਹਮੇਸ਼ਾ ਉਹਨਾਂ ਦੀ ਡਿਲੇ ਹੁੰਦੀ ਰਹਿੰਦੀ ਆ। ਸੋ ਉਹਨਾਂ ਨੇ ਇੱਕ ਪ੍ਰੋਸੀਜਰ ਕੀਤਾ ਸੀ, ਇੱਕ ਪ੍ਰੋਸੈਸ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਸਾਰੀਆਂ ਆਪਣੀ ਡਾਕੂਮੈਂਟਸ ਗਵਰਨਮੈਂਟ ਨੂੰ ਦਿੱਤੀਆਂ ਸੀਗੀਆਂ ਅਤੇ ਗਵਰਨਮੈਂਟ ਨੇ ਉਹਨਾਂ ਨੂੰ ਇੱਕ ਨੰਬਰ ਦਿੱਤਾ, ਹੈ ਨਾ। ਤੁਸੀਂ ਕਹਿ ਲਓ 1 2 3 4 5, ਉਹ ਨੰਬਰ ਇੱਥੇ ਲਿਖੋ ਅਤੇ ਉਹ ਨੰਬਰ ਜਦੋਂ ਇਹਨਾਂ ਨੇ ਆਪਣੇ ਕੰਪਿਊਟਰ ਦੇ ਵਿੱਚ ਪਾਇਆ, ਤੁਹਾਡਾ ਸਾਰਾ ਉੱਥੇ ਡਾਟਾ ਆ ਜਾਣਾ। ਮੈਂ ਕਦੀ ਕਿਸੇ ਨਾਲ ਮਿਲਿਆ ਨਹੀਂ ਜਿਹਦੇ ਕੋਲ ਕੋਈ ਯੂਪਿਨ ਨੰਬਰ ਆ। ਤਾਂ ਹੋ ਗਿਆ ਜੀ ਆਪਣਾ ਨੰਬਰ 18A, ਇੱਥੇ ਲਿਖਿਆ ਐਥਨਿਸਿਟੀ। ਇੱਥੇ ਸਿਰਫ ਤੁਹਾਨੂੰ ਪੁੱਛਦੇ ਆ ਤੁਸੀਂ ਹਿਸਪੈਨਿਕ ਜਾਂ ਲਾਟੀਨੋ ਆ, ਮਤਲਬ ਕਿ ਹਿਸਪੈਨਿਕ ਸਪੈਨਿਸ਼, ਹੈ ਨਾ, ਜਾਂ ਤੁਸੀਂ ਨਾਟ ਹਿਸਪੈਨਿਕ ਔਰ ਲਾਟੀਨੋ ਆ। ਇੱਥੇ ਹਾਂ ਜਾਂ ਨਾ ਭਰੋ। 18B ਆ ਰੇਸ। ਇਹਦੇ ਵਿੱਚ ਕੋਈ ਸੈਕਸ਼ਨ ਨਹੀਂ ਜਿਹਦੇ ਵਿੱਚ ਤੁਸੀਂ ਸਿੱਖ ਲਿਖ ਸਕਦੇ ਆ, ਪੰਜਾਬੀ, ਇੱਦਾਂ ਕੁਛ ਨਹੀਂ। ਇੱਥੇ ਤੁਹਾਨੂੰ ਇਹਨਾਂ ਦੇ ਵਿੱਚੋਂ ਇੱਕ ਚੀਜ਼ ਨੂੰ ਸਿਲੈਕਟ ਕਰਨਾ ਹੀ ਪਊਗਾ। ਅਮਰੀਕਨ ਇੰਡੀਅਨ ਔਰ ਨੇਟਿਵ ਅਮਰੀਕਨ, ਬਲੈਕ ਔਰ ਅਫਰੀਕਨ ਅਮਰੀਕਨ, ਵਾਈਟ, ਨੇਟਿਵ ਹਵਾਈਅਨ ਔਰ ਅਦਰ ਪੈਸੀਫਿਕ ਆਈਲੈਂਡਰ, ਜਾਂ ਏਸ਼ੀਅਨ। ਮੈਂ ਨੋਰਮਲੀ ਏਸ਼ੀਅਨ ਭਰਦਾ, ਮੈਂ ਇੰਡੀਆ ਦੇ ਵਿੱਚ ਜੰਮਿਆ ਸੀਗਾ। ਤੁਸੀਂ ਜੋ ਕਰਨਾ ਤੁਸੀਂ ਕਰੋ, ਮੈਂ ਤੁਹਾਨੂੰ ਕੋਈ ਰੈਕਮੈਂਡੇਸ਼ਨ ਦੇ ਨਹੀਂ ਸਕਦਾ। ਨੰਬਰ 19 ਆ ਜੀ ਕੰਟਰੀ ਆਫ ਸਿਟੀਜ਼ਨਸ਼ਿਪ। ਤੁਸੀਂ ਕਿਹੜੀ ਕੰਟਰੀ ਦੇ ਵਿੱਚ ਸਿਟੀਜ਼ਨ ਆ? ਜੇ ਤੁਸੀਂ ਅਮਰੀਕਾ ਦੇ ਵਿੱਚ ਆ, ਪਹਿਲੋਂ ਲਿਖਿਆ ਆ ਯੂਨਾਈਟਿਡ ਸਟੇਟਸ ਆਫ ਅਮਰੀਕਾ। ਜੇ ਨਹੀਂ ਤੇ ਇੱਥੇ ਅਦਰ ਵੀ ਲਿਖਿਆ ਆ, ਇਹਦੇ ਵਿੱਚ ਚੈੱਕ ਮਾਰਕ ਮਾਰੋ ਤੇ ਇੱਥੇ ਲਿਖੋ। ਜੇ ਤੁਸੀਂ ਹੋਰ ਕਿਸੇ ਕੰਟਰੀ ਦੇ ਵਿੱਚ ਸਿਟੀਜ਼ਨ ਆ, ਤੁਸੀਂ ਅਦਰ ਨੂੰ ਲੱਭੋ, ਇੱਥੇ ਲਿਖੋ। ਜੇ ਤੁਸੀਂ ਡੂਲ ਸਿਟੀਜ਼ਨਸ਼ਿਪ ਆ, ਤੁਸੀਂ ਅਮਰੀਕਾ ਨੂੰ ਹੀ ਚੈੱਕ ਮਾਰਕ ਮਾਰ ਦਿਓ, ਕੋਈ ਵੱਡੀ ਗੱਲ ਨਹੀਂ ਆ। ਹੁਣ ਆ ਗਏ ਆਪਾਂ ਨੰਬਰ 20 ਤੇ। ਇੱਥੇ ਲਿਖਿਆ ਆ ਇਫ ਯੂ ਆਰ ਐਨ ਏਲੀਅਨ ਰਿਕਾਰਡ ਯੂਰ US ਇਸ਼ੂਡ ਏਲੀਅਨ ਔਰ ਐਡਮਿਨਿਸਟ੍ਰੇਸ਼ਨ ਨੰਬਰ। ਸੋ ਹੁਣ ਤੇ ਤੁਹਾਨੂੰ ਪਤਾ ਹੀ ਆ, ਜੇ ਤੁਸੀਂ ਇਸ ਕੈਟੇਗਰੀ ਦੇ ਵਿੱਚ ਡਿੱਗਦੇ ਆ, ਜੇ ਤੁਹਾਡੇ ਕੋਲ ਏਲੀਅਨ ਨੰਬਰ ਹੈਗਾ, ਤੁਹਾਨੂੰ ਇੱਥੇ ਲਿਖਣਾ ਪਊਗਾ। ਇਸ ਤੋਂ ਬਾਅਦ ਆਪਾਂ ਆਉਂਦੇ ਆ ਨੰਬਰ 21 ਤੇ। ਇਹਦੇ ਵਿੱਚ ਕਾਫੀ ਸੈਕਸ਼ਨਸ ਆ, A B C D E। ਤੁਸੀਂ ਦੇਖੋਗੇ ਪਿੱਛੇ ਜਾ ਕੇ ਇਹਨੇ K ਤੱਕ ਜਾਣਾ ਆ। ਪਹਿਲਾ ਸਵਾਲ ਆ 21A ਦੇ ਵਿੱਚ, ਆਰ ਯੂ ਦੀ ਐਕਚੁਅਲ ਟ੍ਰਾਂਸਫਰੀ ਬਾਇਰ ਆਫ ਦ ਫਾਇਰਆਰਮ। ਇਹਦਾ ਮਤਲਬ ਕਿ ਇਹ ਰਾਈਫਲ ਜਾਂ ਪਿਸਟਲ ਜਾਂ ਸ਼ਾਟਗਨ ਤੁਹਾਡੇ ਲਈ ਆ, ਤੁਸੀਂ ਆਪਣੇ ਲਈ ਖਰੀਦਣ ਡਏ ਆ। ਜੇ ਹਾਂ ਇੱਥੇ ਹਾਂ ਲਿਖੋ, ਜੇ ਨਹੀਂ ਇੱਥੇ ਨਾ ਲਿਖੋ। ਹੁਣ ਆ ਗਿਆ ਆਪਾਂ ਨੰਬਰ 21B ਦੇ ਵਿੱਚ। ਇੱਥੇ ਲਿਖਿਆ ਆਰ ਯੂ ਅੰਡਰ ਇੰਡਾਈਟਮੈਂਟ ਔਰ ਇਨਫੋਰਮੇਸ਼ਨ ਐਨੀ ਕੋਰਟ ਫੈਲਨੀ। ਤੁਹਾਨੂੰ ਜੱਜ ਜੇਲ੍ਹ ਦੇ ਵਿੱਚ ਪਾ ਸਕਦਾ ਆ, ਕੋਈ ਤੁਹਾਡੀ ਫੈਲਨੀ ਹੈਗੀ ਆ, ਤੁਹਾਡੀ ਕੋਈ ਇਨਵੈਸਟੀਗੇਸ਼ਨ ਚੱਲਦੀ ਆ, ਕੋਈ ਕੋਰਟ ਕਚਹਿਰੀ ਦਾ ਮਾਮਲਾ ਹੈਗਾ ਆ, ਫੈਲਨੀ ਨੂੰ ਲੈ ਕੇ ਕਾਫੀ ਵੱਡਾ ਕ੍ਰਾਈਮ ਹੁੰਦਾ ਆ। ਤੇ ਇਹਦੇ ਵਿੱਚ ਇੰਨਾ ਵੀ ਲਿਖਿਆ ਕਿ ਤੁਸੀਂ ਮਿਲਟਰੀ ਦੇ ਵਿੱਚ ਸੀਗੇ, ਜਿਹਦੇ ਵਿੱਚ ਕੋਈ ਚਾਰਜਸ ਜਾਂ ਵਾਇਲੇਸ਼ਨ ਸੀਗੀਆਂ ਤੁਹਾਡੇ ਅਗੇਂਸਟ, ਹੈ ਨਾ, ਕੋਈ ਕੋਰਟ ਮਾਰਸ਼ਲ ਸੀਗਾ, ਹਾਂ ਜਾਂ ਨਾ ਇੱਥੇ ਲਿਖੋ। ਇਹ ਤੋਂ ਅੱਗੇ ਹੈ ਜੀ 21C, have you ever been convicted in any court including a military court of a felony or any other crimes for which the judge could have imprisoned you for more than a year even if you received a shorter sentence including probation। ਇਹਦਾ ਮਤਲਬ ਕਿ ਤੁਹਾਨੂੰ ਕਦੀ ਕੋਈ ਫੈਮਿਲੀ ਚਾਰਜਸ ਮਿਲੇ ਸੀਗੇ, ਹੋ ਸਕਦਾ ਤੁਸੀਂ ਕੋਈ ਵੱਡਾ ਕੰਮ ਕੀਤਾ ਸੀਗਾ ਤੇ ਜੱਜ ਨੇ ਕਿਹਾ ਤੁਹਾਨੂੰ ਛੋਟੀ ਸਜ਼ਾ ਹੀ ਮਿਲਣੀ ਆ। ਕੋਈ ਗੱਲ ਨਹੀਂ, ਇਹ ਫੇਰ ਵੀ ਜਾਣਨਾ ਚਾਹੁੰਦੇ ਆ ਕਿ ਹਾਂ ਮੇਰੇ ਨਾਲ ਆ ਬੀਤੀ ਸੀ ਜਾਂ ਨਹੀਂ ਬੀਤੀ ਸੀ, ਇਹਦੇ ਵਿੱਚ ਲਿਖੋ। ਇਹ ਤੋਂ ਅੱਗੇ ਹੈ ਜੀ 21D, ਆਰ ਯੂ ਅ ਫਿਊਜੀਟਿਵ ਫਰਮ ਜਸਟਿਸ। ਸੋ ਇੱਥੇ ਇਹ ਤੁਹਾਨੂੰ ਪੁੱਛਣ ਡਏ ਆ ਤੁਸੀਂ ਕਾਨੂੰਨ ਤੋਂ ਭੱਜਣ ਡਏ ਆ, ਤੁਸੀਂ ਲੁਕਣ ਡਏ ਆ, ਹਾਂ ਜਾਂ ਨਾ। ਇਹ ਤੋਂ ਅੱਗੇ ਹੈ ਜੀ 21E, ਇਹ ਡਰਗ ਦਾ ਕੁਐਸਚਨ ਹੈ, ਆਰ ਯੂ ਐਨ ਅਨਲੌਫੁਲ ਯੂਜ਼ਰ ਆਫ ਔਰ ਐਡਿਕਟਡ ਟੂ ਮੈਰੀਜੁਆਨਾ ਔਰ ਐਨੀ ਡਿਪਰੈਸੈਂਟਸ, ਸਟਿਮੂਲੈਂਟਸ, ਨਾਰਕੋਟਿਕ ਡਰੱਗਸ। ਬੇਸਿਕਲੀ ਇਹ ਤੁਹਾਨੂੰ ਪੁੱਛਣ ਡਏ ਆ ਕਿ ਤੁਸੀਂ ਕੋਈ ਨਸ਼ਾ ਪਤਾ ਕਰਦੇ ਆ। ਇਹਦੇ ਵਿੱਚ ਇਹਨਾਂ ਨੇ ਵਾਰਨਿੰਗ ਵੀ ਦਿੱਤੀ ਆ, ਇਹ ਤੁਹਾਨੂੰ ਕਹਿਣ ਡਏ ਆ ਕਿ ਹਾਂ ਤੁਹਾਡੀ ਸਟੇਟ ਤੁਹਾਨੂੰ ਕਹਿ ਸਕਦੀ ਆ ਕਿ ਮੈਰੀਜੁਆਨਾ, ਭੰਗ, ਵੀਡ, ਸੁੱਖਾ ਵੀ ਕਹਿ ਲਈਦਾ, ਤੁਹਾਡੀ ਸਟੇਟ ਦੇ ਵਿੱਚ ਲੀਗਲ ਹੋ ਸਕਦੀ ਆ, ਪਰ ਫੈਡਰਲੀ ਕੰਟਰੀ, ਹੈ ਨਾ, ਅਮਰੀਕਾ ਦੇ ਵਿੱਚ ਇਲੀਗਲ ਆ। ਸੋ ਫੈਡਰਲੀ ਇਹ ਚੀਜ਼ ਅਲਾਉਡ ਨਹੀਂ ਆ। ਸੋ ਇਹ ਤੁਹਾਨੂੰ ਪੁੱਛਣ ਡਏ ਆ ਹਾਂ ਜਾਂ ਨਾ, ਤੁਸੀਂ ਇਹਨੂੰ ਆਨਸਰ ਕਰੋ। ਹੁਣ ਆਪਾਂ ਪਿਛਲੇ ਬੰਨੇ ਆ ਗਏ ਆ। ਇਹ ਤੋਂ ਅੱਗੇ ਆ 21F, have you ever been adjudicated as a mental defective or been committed to a mental institute। ਤੁਹਾਨੂੰ ਪੁੱਛਣ ਡਏ ਆ ਕਿ ਕਦੀ ਕਿਸੇ ਡਾਕਟਰ ਨੇ ਜਾਂ ਇੰਸਟੀਟਿਊਸ਼ਨ ਨੇ ਤੁਹਾਨੂੰ ਕਿਹਾ ਆ ਕਿ ਤੁਹਾਡੀ ਦਿਮਾਗੀ ਹਾਲਤ ਠੀਕ ਨਹੀਂ ਆ, ਤੁਸੀਂ ਕਹੇ ਮੈਂਟਲ ਹੈਲਥ ਕਲੀਨਿਕ ਦੇ ਵਿੱਚ ਜਾ ਕੇ ਐਡਮਿਟਡ ਹੋਏ, ਇਹ ਤੁਹਾਨੂੰ ਪੁੱਛਣ ਡਏ ਆ ਹਾਂ ਜਾਂ ਨਾ। ਤੋਂ ਅੱਗੇ 21G, have you ever been disarmed from the armed forces under dishonorable conditions। ਇਹ ਤੁਹਾਨੂੰ ਪੁੱਛਣ ਡਏ ਆ ਕਿ ਜੇ ਤੁਸੀਂ ਮਿਲਟਰੀ ਦੇ ਵਿੱਚ ਸਰਵ ਕਰਨ ਡਏ ਸੀਗੇ, ਕਿ ਮਿਲਟਰੀ ਨੇ ਤੁਹਾਨੂੰ ਕਿਸੇ ਬੁਰੀ ਵਜ੍ਹਾ ਕਰਕੇ ਉੱਥੋਂ ਕੱਢਿਆ ਜਾਂ ਨਹੀਂ। ਜ਼ਰੂਰੀ ਨਹੀਂ ਹੈ ਕਿ ਤੁਹਾਡੇ ਤੇ ਕੇਸ ਪਿਆ, ਇਹ ਤੁਹਾਨੂੰ ਪੁੱਛਣ ਡਏ ਆ ਕਿ ਤੁਹਾਨੂੰ ਫਾਇਰ ਕੀਤਾ ਗਿਆ, ਹੈ ਨਾ, ਉੱਥੋਂ ਕੱਢਿਆ ਗਿਆ ਜਾਂ ਨਹੀਂ। ਇਹ ਤੋਂ ਅੱਗੇ ਆ 21H, ਇੱਥੇ ਲਿਖਿਆ ਆਰ ਯੂ ਸਬਜੈਕਟ ਟੂ ਅ ਕੋਰਟ ਆਰਡਰ ਇਨਕਲੂਡਿੰਗ ਮਿਲਟਰੀ ਪ੍ਰੋਟੈਕਸ਼ਨ ਆਰਡਰ ਇਸ਼ੂਡ ਬਾਈ ਮਿਲਟਰੀ ਜੱਜ ਔਰ ਮੈਜਿਸਟ੍ਰੇਟ restraining you from harassing, stalking or threatening your child or
an intimate partner or child of such partner, ਮਤਲਬ ਕਿ ਤੁਹਾਡੇ ਖਿਲਾਫ ਤੁਹਾਡੇ ਪਾਰਟਨਰ ਨੇ, ਤੁਹਾਡੇ ਨਿਆਣੇ ਨੇ ਕਦੀ ਮਿਲਟਰੀ ਪ੍ਰੋਟੈਕਸ਼ਨ ਆਰਡਰ ਕੀਤਾ ਆ, ਜੇ ਹਾਂ ਜਾਂ ਨਹੀਂ ਇੱਥੇ ਲਿਖੋ। ਇਹ ਤੋਂ ਅੱਗੇ ਹੈ ਜੀ ਨੰਬਰ 21I, ਇੱਥੇ ਲਿਖਿਆ ਹੈ have you ever been convicted in any court of a misdemeanor crime of domestic violence, or are you or have you ever been a member of the military and been convicted of a crime that included as an element the use of force against the person as identified in the instructions? ਬੇਸਿਕਲੀ ਤੁਹਾਨੂੰ ਉਹੀ ਸਵਾਲ ਪੁੱਛਣ ਡਏ ਆ, ਪਰ ਇਹ ਪੁੱਛਣ ਡਏ ਆ ਤੁਹਾਨੂੰ ਕਿ ਘਰ ਦੇ ਵਿੱਚ ਕਦੀ ਕੋਈ ਲੜਾਈ ਹੋਈ ਹੈ ਜਿਹਦੇ ਵਿੱਚ ਪੁਲਿਸ ਵਾਲੇ ਆਏ ਹਨ, ਤੁਹਾਡੀ ਘਰ ਵਾਲੀ ਦੇ ਨਾਲ, ਘਰ ਵਾਲੇ ਦੇ ਨਾਲ, ਨਿਆਣਿਆਂ ਦੇ ਨਾਲ। ਡੋਮੈਸਟਿਕ ਵਾਇਲੈਂਸ ਉਹ ਹੁੰਦਾ ਕੋਈ ਮਾਰ ਕੁੱਟ ਮਾਰ ਹੋਈ ਆ, ਕੋਈ ਧਮਕੀਆਂ, ਇੱਦਾਂ ਦੀ ਚੀਜ਼। ਜੇ ਹਾਂ ਇੱਥੇ ਹਾਂ ਲਿਖੋ, ਜੇ ਨਹੀਂ ਤਾਂ ਨਾ ਲਿਖੋ। ਤੋਂ ਅੱਗੇ ਜੀ 21J, have you ever renounced your United States citizenship? ਤੁਹਾਨੂੰ ਪੁੱਛਣ ਡਿਆ ਕਿ ਤੁਸੀਂ ਕਦੀ ਅਮਰੀਕਾ ਦੀ ਸਿਟੀਜ਼ਨਸ਼ਿਪ ਨੂੰ ਛੱਡਿਆ ਜਾਂ ਨਹੀਂ, ਇੱਥੇ ਹਾਂ ਜਾਂ ਨਾ ਕਰੋ। ਤੋਂ ਅੱਗੇ ਜੀ 21K, are you an alien illegally or unlawfully in the United States? ਮਤਲਬ ਕਿ ਇਹ ਤੁਹਾਨੂੰ ਹੁਣ ਪੁੱਛਣ ਡਿਆ ਕਿ ਤੁਹਾਡੇ ਕੋਲ ਪੇਪਰ ਹੈਗੇ ਆ ਕਿ ਨਹੀਂ। ਇਹ ਤੁਹਾਨੂੰ ਪੁੱਛਣ ਡਿਆ ਕਿ ਤੁਹਾਨੂੰ ਪਰਮਿਸ਼ਨ ਹੈਗੀ ਆ ਅਮਰੀਕਾ ਰਹਿਣ ਦੀ, ਜਾਂ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਰਹਿੰਦੇ ਹੋ। ਇਹ ਤੋਂ ਅੱਗੇ ਆ ਜੀ 21.1.1, ਇੱਥੇ ਲਿਖਿਆ are you an alien who has been admitted to the United States under a non-immigration visa? ਕੀ ਤੁਸੀਂ ਇੱਥੇ ਆਏ ਸੀਗੇ non-immigration visa ਦੇ ਵਿੱਚ, ਹਾਂ ਜਾਂ ਨਾ। ਹੁਣ 21.1.2 ਤੇ if you are such an alien, do you fall within any of the exceptions stated in the instructions? ਤੋ ਜੇ ਤੁਸੀਂ 21.1.1 ਇਹ ਤੋਂ ਜਿਹੜਾ ਪਹਿਲਾ ਸਵਾਲ ਸੀਗਾ, ਜੇ ਤੁਸੀਂ ਉੱਥੇ ਹਾਂ ਕਿਹਾ ਸੀਗਾ, ਤੁਹਾਨੂੰ ਆਹ ਚੀਜ਼ ਚੰਗੀ ਤਰ੍ਹਾਂ ਪੜ੍ਹਨੀ ਪੈਣੀ ਹੈ, ਇੰਸਟਰਕਸ਼ਨਸ ਪੜ੍ਹਨੀਆਂ ਪੈਣੀਆਂ। ਮੈਨੂੰ ਤਾਂ ਕੋਈ ਜਾਣਦਾ ਨਹੀਂ ਹੈ ਜਿਹਨੇ ਕਦੀ ਆਹ ਚੀਜ਼ ਫਿਲ ਆਊਟ ਕੀਤੀ ਹੋਗੀ। ਇਹਦੇ ਪਿੱਛੇ ਇੱਕ ਹੋਰ ਚੀਜ਼ ਲਿਖੀ ਆ US citizens and nationals leave 21.1.2 blank, ਮਤਲਬ ਕਿ ਜੇ ਤੁਸੀਂ ਇੱਥੇ ਦੇ ਸਿਟੀਜ਼ਨ ਜਾਂ ਨੈਸ਼ਨਲ ਆ, ਤੁਸੀਂ ਆਹ ਸਵਾਲ ਦਾ ਜਵਾਬ ਨਹੀਂ ਦੇਣਾ, ਹਾਂ ਨਾ ਕਰੋ ਜਾਂ ਨਾ ਨਾ ਕਰੋ, ਇਹਨੂੰ ਖਾਲੀ ਛੱਡ ਦਿਓ। ਹੁਣ ਆ ਗਿਆ ਆਪਣਾ ਆਖਰੀ ਪਾਰਟ ਜੀ, ਆਪਾਂ 22 ਨੰਬਰ ਤੇ ਆਪਣਾ ਸਿਗਨੇਚਰ ਕਰਾਂਗੇ, 23 ਨੰਬਰ ਤੇ ਆਪਾਂ ਆਪਣੀ ਡੇਟ ਭਰਾਂਗੇ। ਅਗੇਨ ਪੂਰੀ ਡੇਟ ਭਰੋ, ਫਰਵਰੀ ਹੈ ਨਾ 02, ਡੇਟ ਜੇ 20 ਹੋ ਗਈ 20 ਲਿਖੋ, ਤੇ ਸਾਲ 2021 2021। ਇਹ ਤੋਂ ਅੱਗੇ ਆਪਾਂ ਕੁਛ ਨਹੀਂ ਕਰਨਾ, ਤੁਸੀਂ ਫੋਰਮ ਨੂੰ ਬੰਦ ਕਰੋ ਤੇ ਇੱਦਾਂ ਹੀ ਦੁਕਾਨ ਵਾਲੇ ਨੂੰ ਦਿਓ। ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।